यस प्लीज एक बार स्क्रीन इतनी नहीं आती सी गुड मॉर्निंग सर। गुड मॉर्निंग जी सारे नो गुड मॉर्निंग सर। गुड मॉर्निंग जी गुड मॉर्निंग सर। गुड मॉर्निंग जी गुड मॉर्निंग सर गुड मॉर्निंग। गुड मॉर्निंग उपदेश गुड मॉर्निंग। गुड मॉर्निंग सुजीत जी लेट अस स्टार्ट टुडे वी विल डिस्कस पेपर नंबर 1 पेपर नंबर 1 ਦੇ ਵਿੱਚ ਤੁਹਾਡੇ ਕੋਲੇ ਕੀ ਕੁਛ ਆਉਂਦਾ ਹੈ ਲੈਂਡ ਐਕਟ ਲੈਂਡ ਕੋਡ ਮੈਨੂਅਲ ਸਟੈਂਡਿੰਗ ਆਰਡਰਸ ਐਫਸੀਆਰ ਸਟੈਂਡਿੰਗ ਆਰਡਰਸ ਠੀਕ ਹੈ ਜੀ ਤੇ ਅਸੀਂ ਡਿਸਕਸ ਕਰਾਂਗੇ ਪੇਪਰ ਨੰਬਰ ਪੇਪਰ 2020 ਦੇ ਵਿੱਚ ਆਇਆ ਸੀ ਤੁਹਾਨੂੰ ਇਹ ਕੋਈ ਵੀ 5 ਸਵਾਲ ਕਰੋ ਸਾਰੇ ਪ੍ਰਸ਼ਨਾਂ ਦੇ ਅੰਕ 15 ਅੰਕ ਹਨ ਇਹ ਕਿਹੜਾ ਪਾਰਟ ਹੈ सर रिकॉर्डिंग लगा रही हो जी? हाँ जी हाँ रिकॉर्डिंग लगा दो बेटे रिकॉर्डिंग हो गई मेरे कल पाती सी रिकॉर्डिंग सारी ओके दो पार्ट ने जी ਤੁਹਾਡਾ ਇਹ ਕੁਐਸਚਨ ਪੇਪਰ ਪਹਿਲਾ ਪਾਰਟ ਹੈਗਾ 75 ਨੰਬਰ ਦਾ ਤੇ ਦੂਜਾ ਪਾਰਟ ਹੈਗਾ 25 ਨੰਬਰ ਦਾ ਇਹਦੇ ਵਿੱਚ ਸਾਰੇ ਸਵਾਲ ਹੱਲ ਕਰਨੇ ਜ਼ਰੂਰੀ ਹਨ ਹਰੇਕ ਸਵਾਲ ਦੇ 5 ਅੰਕ ਹਨ ਇਹ ਹੈਗਾ ਪਾਰਟ ਬੀ 5 ਕੁਐਸਚਨ ਨੇ ਤੇ दिस वन हाँ ठीक है जी पहला पार्ट करन लगे जी कोई भी 5 सवाल करो सारे प्रश्नों के 15 अंक ने एक क्वेश्चन का जिहड़ा हैगा 15 नंबर हैगे ने कोई क्वेश्चन बड़ा है वो 10 नंबर ने जिहड़ा क्वेश्चन छोटा वो 5 नंबर ने जिथे ज़्यादा ने उत्थे घट नंबर घट वध भी कीते गए ने जिन्हें 15 नंबर का एक तुहाडा क्वेश्चन हैगा 5 क्वेश्चन तुसीं करने ने पहला क्वेश्चन हैगा जी रेवन्यू अफसरां दी श्रेणियां बारे संक्षेप वर्णन करो क्लासेस ऑफ द रेवन्यू ऑफिसर्स दसो जी ਆਪਾਂ ਨੂੰ ਜਵਾਨੀ ਯਾਦ ਸੀਗਾ ਬਹੁਤ ਵਾਰੀ ਪੜਿਆ ਆਪਾਂ ਨੇ ਕਲਾਸਿਸ ਆਫ ਦਾ ਰੈਵਨਿਊ ਆਫੀਸਰ ਕਈ ਵਾਰੀ ਕਲਾਸ ਚੱਲਦੇ ਵੀ ਹੈ ਇਹ ਸੈਕਸ਼ਨ ਹੈ ਸਰ ਹਾਂਜੀ ਪੰਜਾਬ ਲੈਂਡ ਰੈਵਨਿਊ ਆਫਿਸਰ ਬਿਲਕੁਲ ਜੀ ਕਿਹੜੇ ਡਿਸਟ੍ਰਿਕਟ ਬੈਠੇ ਇਸ ਵੇਲੇ ਆਪ ਆਨਲਾਈਨ ਜਰਾ ਪਲੀਜ਼ ਬੋਲ ਦੋਗੇ ਸਤੀ ਜੀ ਤੁਸੀਂ ਤਾਂ ਹੁਸ਼ਿਆਰਪੁਰ ਹੋ ਗਿਆ ਡਿਸਟ੍ਰਿਕਟ ਹੁਸ਼ਿਆਰਪੁਰ ਮੋਹਾਲੀ ਸਰ ਮੋਹਾਲੀ ਡਿਸਟ੍ਰਿਕਟ ਸੰਗਰੂਰ ਸਰ ਸੰਗਰੂਰ ਯਾਦਵਿੰਦਰ यस सर हाँ जी गुरदासपुर सुरजीत सैनी जी हाँ जी यस सर बठिंडा सर बठिंडे तो जगपाल सिंह बोल रहे हाँ जी देन रोपड़ मिथिलेश यस सर जलंधर सर जलंधर गुरदीप सिंह सोता अच्छा हाँ जी प्रदीप जी कितों पठानकोट है जी कितों फाजिलका है जी गुलजार सिंह हाँ जी सर कपूरथला हाँ जी होर किहड़े होर किहड़ा डिस्ट्रिक्ट बैठे जी पार्टिसिपेट कर रहे इस वेले ऑनलाइन मथलेश तुहाडा किहड़ा रोपड़ यस सर ओके यादविंदर सिख संगरूर गुरदीप सोता जलंधर याशिका सिंगला एक किहड़ा नंबर है जी याशिका सिंगला ते कौन ने बठिंडा जी बठिंडा की नाम है तुहाडा जी जी प्रेम सुखदास ओके पटियाले तो बैठे जी कोई पटियाले तो करनैल विनोद राजकुमार हाँ जी विनोद पटियाला अच्छा बैठे ओके राजकुमार जी बैठे हैं राजकुमार पटियाले तो करनैल पटियाले तो ठीक है बैठा जी
ਓਕੇ ਓਕੇ ਓਕੇ। ਹਾਂ, ਡਿਸਟ੍ਰਿਕਟ ਹੁਸ਼ਿਆਰਪੁਰ ਆ ਗਿਆ ਜੀ, ਮੋਹਾਲੀ ਆ ਗਿਆ, ਸੰਗਰੂਰ, ਗੁਰਦਾਸਪੁਰ, ਬਠਿੰਡਾ, ਰੋਪੜ, ਜਲੰਧਰ, ਫਾਜ਼ਿਲਕਾ, ਕਪੂਰਥਲਾ, ਬਠਿੰਡਾ ਤੇ ਪਟਿਆਲਾ। ਹੋਰ ਕੋਈ ਡਿਸਟ੍ਰਿਕਟ ਦੇ ਕਾਨੂੰਨ ਸਾਹਿਬਾਨ ਜਾਂ ਮੈਂ ਨੋਟ ਨਹੀਂ ਕੀਤਾ? ਓਕੇ, ਲੈਟ ਸਟਾਰਟ। ਕਲਾਸਿਸ ਆਫ ਦਾ ਰੈਵਨਿਊ ਆਫੀਸਰਸ, ਕੁਐਸਚਨ ਨੰਬਰ 1 ਇਹ ਤੁਹਾਡਾ ਹੈਗਾ ਕੁਐਸਚਨ ਜੀ 5 ਨੰਬਰ ਦਾ ਹੈ। ਠੀਕ ਹੈ ਜੀ। ਸੈਕਸ਼ਨ 6 ਡੀਲ ਕਰਾਂਗੇ ਲੈਂਡ ਰੈਵਨਿਊ ਐਕਟ। ਨੋਟ ਕਰ ਲਓ ਜੀ ਸਾਰੇ ਜਣੇ ਜਿਨ੍ਹਾਂ ਨੇ ਨੋਟ ਨਹੀਂ ਕੀਤਾ। ਕਲਾਸਿਸ ਆਫ ਰੈਵਨਿਊ ਆਫੀਸਰਸ ਕਿੱਥੋਂ ਸਟਾਰਟ ਹੁੰਦੀਆਂ ਨੇ? ਏਸੀ ਸੈਕੰਡ ਗ੍ਰੇਡ, ਏਸੀ ਫਸਟ ਗ੍ਰੇਡ, ਦੈਨ ਕਲੈਕਟਰ, ਕਲੈਕਟਰ ਤੋਂ ਬਾਅਦ ਫਿਰ ਆ ਜਾਂਦੇ ਨੇ ਕਮਿਸ਼ਨਰ, ਕਮਿਸ਼ਨਰ ਤੋਂ ਬਾਅਦ ਆ ਜਾਂਦੇ ਨੇ ਐਫਸੀਆਰ। ਠੀਕ ਹੈ ਜੀ। ਹੈ ਜੀ, ਕਿਹੜੇ ਸਾਲ ਦਾ ਕੁਐਸਚਨ ਪੇਪਰ ਹੈ? 2020 ਦਾ ਹੈ ਜੀ। ਰੈਵਨਿਊ ਅਫਸਰ ਦੀ ਸ਼੍ਰੇਣੀਆਂ ਬਾਰੇ ਸੰਖੇਪ ਵਰਣਨ ਕਰੋ। ਸੰਖੇਪ ਵਰਣਨ ਇਹੀ ਹੈ ਤੁਹਾਡਾ ਜਿਹੜਾ ਇਹ ਸੈਕਸ਼ਨ 6 ਠੀਕ ਹੈ ਜੀ, ਇਹ ਪੂਰਾ ਕਵਰ ਕਰਦਾ ਹੈਗਾ। ਇਹਦੇ ਵਿੱਚ ਹੀ ਤੁਹਾਡੀਆਂ ਅੱਗੇ ਜਿਹੜੀਆਂ ਅਸਿਸਟੈਂਟ ਕਮਿਸ਼ਨਰ, ਸਪੈਸ਼ਲ ਅਸਿਸਟੈਂਟ ਕਮਿਸ਼ਨਰ, ਐਕਸਟਰਾ ਅਸਿਸਟੈਂਟ ਕਮਿਸ਼ਨਰ ਉਹ ਵੀ ਵਿੱਚ ਆਏ ਨੇ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਵਿੱਚ ਆਏ ਨੇ ਸਾਰੇ। ਠੀਕ ਹੈ ਜੀ। 6 ਨੰਬਰ। ਨੈਕਸਟ ਚੱਲਦੇ ਹਾਂ ਜੀ। ਇੱਕ ਉੱਚ ਮਾਲ ਅਧਿਕਾਰੀ ਦੁਆਰਾ ਕੀਤਾ ਜਾਂਦਾ ਪ੍ਰਸ਼ਾਸਨਿਕ ਕੰਟਰੋਲ ਨਿਆਇਕ ਨਿਯੰਤਰਣ ਅਤੇ ਦਖਲਅੰਦਾਜ਼ੀ ਤੱਕ ਵਧਾਇਆ ਨਹੀਂ। ਇਹ ਪੰਜਾਬੀ ਦਾ ਪੇਪਰ ਹੈ ਮੇਰੇ ਪਾਸ, ਥੋੜਾ ਜਿਹਾ ਦਿੱਕਤ ਆ ਰਹੀ ਹੈ ਇਸ 'ਚ। ਇੱਕ ਉੱਚ ਮਾਲ ਅਧਿਕਾਰੀ ਦੁਆਰਾ ਕੀਤਾ ਜਾਂਦਾ ਪ੍ਰਸ਼ਾਸਨਿਕ ਕੰਟਰੋਲ ਨਿਆਇਕ ਨਿਯੰਤਰਣ ਅਤੇ ਦਖਲਅੰਦਾਜ਼ੀ ਤੱਕ ਵਧਾਇਆ ਨਹੀਂ ਜਾ ਸਕਦਾ। ਵਰਣਨ ਕਰੋ। Superintendent control of the revenue officers. I think it will be section 11 section ਕਰਾਂ। ठीक है जी। Superintendent control of the revenue officers। ਤਾਂ ਫਾਈਨੈਂਸ਼ੀਅਲ ਕਮਿਸ਼ਨਰ ਜਿਵੇਂ ਕਿ ਆਪਾਂ ਨੂੰ ਪਤਾ ਸਾਰਿਆਂ ਨੂੰ ਵੀ ਜਿਹੜਾ ਫਾਈਨੈਂਸ਼ੀਅਲ ਕਮਿਸ਼ਨਰ ਹੈ ਉਹ ਪੂਰੇ ਪੰਜਾਬ 'ਚ ਕੰਟਰੋਲ ਕਰਦਾ ਹੈ ਤੇ ਕਮਿਸ਼ਨਰ ਆਪਣੇ ਆਪਣੇ ਡਿਵੀਜ਼ਨ ਵਿੱਚ ਕੰਟਰੋਲ ਕਰਦੇ ਨੇ। ਕਲੈਕਟਰ ਹੁੰਦੇ ਨੇ ਜਿਹੜੇ ਆਪਣੇ ਆਪਣੇ ਡਿਸਟ੍ਰਿਕਟ ਵਿੱਚ ਕੰਟਰੋਲ ਕਰਦੇ ਨੇ। ਇੱਦਾਂ ਹੀ ਸਬ ਡਿਵੀਜ਼ਨ ਜਿਹੜੇ ਐਸਡੀਐਮ ਹੁੰਦੇ ਨੇ ਉਹ ਆਪਣੀ ਸਬ ਡਿਵੀਜ਼ਨ 'ਚ ਕੰਟਰੋਲ ਕਰਦੇ ਨੇ। ਠੀਕ ਹੈ ਜੀ। ਨੈਕਸਟ ਹੈਗਾ ਜੀ ਕੁਐਸਚਨ ਨੰਬਰ 2। ਇਹ ਤੁਹਾਡਾ ਜਿਹੜਾ ਨੰਬਰ ਸੀਗਾ, ਦੂਜਾ ਨੰਬਰ ਕੁਐਸਚਨ ਸੀਗਾ ਤੁਹਾਡਾ, ਇਹ 10 ਨੰਬਰ ਦਾ ਸੀਗਾ ਤੇ ਇਹਦੇ ਮੁਤਾਬਕ ਤੁਸੀਂ 11 ਨੰਬਰ ਸੈਕਸ਼ਨ ਠੀਕ ਹੈ, ਸਫੀਸ਼ੀਐਂਟ ਹੈਗਾ। ਸੈਕਸ਼ਨ 11 ਲਿਖ ਕੇ ਤੁਹਾਡਾ ਪੂਰਾ ਹੋ ਜਾਂਦਾ ਹੈ। ਇਹਦੇ ਵਿੱਚ ਸਮਨਾਂ ਦੀ ਤਮੀਲ ਕਰਾਉਣ ਦੇ ਵੱਖ-ਵੱਖ ਸਹੀ ਤਰੀਕਿਆਂ ਬਾਰੇ ਸੰਖੇਪ ਵੇਰਵਾ ਦਿਓ। ਸਮਨ, ਸਰਵਸਾ ਸਮਨ ਬਹੁਤ ਵਾਰੀ ਪੜ੍ਹੇ ਜੀ ਆਪਾਂ ਨੇ। 10 ਨੰਬਰ ਦਾ ਕੁਐਸਚਨ ਹੈ। ਸੈਕਸ਼ਨ 20 ਬਿਲਕੁਲ ਠੀਕ ਹੈ। ਸੈਕਸ਼ਨ 20 ਦੇ ਵਿੱਚ ਹੁਣ ਬਹੁਤ ਸਾਰੀਆਂ ਅਮੈਂਡਮੈਂਟਸ ਹੋਈਆਂ ਨੇ, ਉਹਨੂੰ ਨਾਲ ਦੇਖ ਲੈਣਾ ਜੀ। ਠੀਕ ਹੈ। ਇਲੈਕਟ੍ਰੋਨਿਕ ਮੀਡੀਆ ਦੇ ਇਲੈਕਟ੍ਰੋਨਿਕ ਦੇ ਸਿਸਟਮ ਦੇ ਰਾਹੀਂ ਜਿਹੜੀਆਂ ਅਮੈਂਡਮੈਂਟਸ ਆਈਆਂ ਨੇ ਉਹ ਤੁਹਾਡੀਆਂ ਪੁਰਾਣੀਆਂ ਬੁੱਕਸ 'ਚ ਕਈ ਵਾਰੀ ਨਹੀਂ ਹੁੰਦੀਆਂ ਹੈਗੀਆਂ। ਫੈਕਸ ਮੈਸੇਜ, ਇਲੈਕਟ੍ਰੋਨਿਕ ਮੈਸੇਜ, ਈਮੇਲ ਵਗੈਰਾ ਵਗੈਰਾ। ਠੀਕ ਹੈ ਜੀ, ਉਹ ਵੀ ਤੁਸੀਂ ਵਿੱਚ ਕਵਰ ਕਰ ਸਕਦੇ ਹੋ। ਸੈਕਸ਼ਨ 20 ਬਹੁਤ ਸਾਰੀਆਂ ਬੁੱਕਸ ਦੇ ਵਿੱਚ ਆ ਚੁੱਕਿਆ, ਕਈਆਂ 'ਚ ਨਹੀਂ ਹੋਏਗਾ, ਉਹ ਦੇਖ ਲੈਣਾ ਨਵੀਂ ਅਮੈਂਡਮੈਂਟ ਦੇ ਅਕੋਰਡਿੰਗ। ਸੈਕਸ਼ਨ 20 ਬਹੁਤ ਲੰਮਾ ਚੌੜਾ ਹੈਗਾ ਤੁਹਾਡਾ। ਸੀਪੀਸੀ ਕੁਐਸਚਨ ਸਾਰਾ ਇਹ ਆਇਆ ਸੀਗਾ। ਹੈ ਜੀ। ਸੀਪੀਸੀ ਦਾ ਆਪਣੇ 6 ਨੰਬਰ ਪੇਪਰ ਦੇ ਵਿੱਚ ਇਹੀ ਕੁਐਸਚਨ ਆਇਆ ਸੀ ਸੇਮ। ਨਵੀਆਂ ਜਿਹੜੀਆਂ ਅਮੈਂਡਮੈਂਟਸ ਹੈਗੀਆਂ ਉਹਨਾਂ ਦੇ ਬਾਰੇ ਆਇਆ ਸੀਗਾ। ਉਹ ਕਿਹੜੇ ਤਰੀਕੇ ਨਾਲ ਕਾਨੂੰਨ ਕਰਾ ਸਕਦੇ ਹਾਂ। ਹਾਂ। ਦੇਖੋ ਇਹ ਸਾਰਾ ਇਹ ਜਿਹੜਾ ਸਾਡਾ ਹੈਗਾ ਇਹ ਸਾਰਾ ਸੀਪੀਸੀ 'ਚੋਂ ਲਿਆ ਗਿਆ ਹੈ। ਸੈਕਸ਼ਨ 20 ਜਿਹੜਾ ਸੀਪੀਸੀ ਦੀ ਹੀ ਕਾਪੀ ਹੈ ਆਲਮੋਸਟ। ਹੁਣ ਜਿਹੜੀਆਂ ਕੁਝ ਨਵੀਆਂ ਅਮੈਂਡਮੈਂਟਸ ਹੋਈਆਂ ਨੇ ਸੀਪੀਸੀ 'ਚ ਹੋ ਗਈਆਂ ਜਾਂ ਨਹੀਂ ਹੋ ਗਈਆਂ ਪਤਾ ਨਹੀਂ, ਪਰ ਆਪਣੇ ਲੈਂਡ ਰੈਵਨਿਊ ਐਕਟ ਦੇ ਜ਼ਰੂਰ ਕੀਤੀਆਂ ਗਈਆਂ ਨੇ ਕੁਝ। ਦੋਨੇ ਪਾਸੇ ਪੈਰਲ ਚੱਲਦੀਆਂ ਨੇ ਜੀ ਇਹ ਸਾਰੀਆਂ ਅਮੈਂਡਮੈਂਟਸ ਵੀ। ਠੀਕ ਹੈ ਜੀ। ਨੈਕਸਟ ਚੱਲਦੇ ਹਾਂ। ਇੱਕ ਪ੍ਰਵਾਸੀ ਭਾਰਤੀ ਜੋ ਪਿਛਲੇ 20 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ ਉਸ ਵਿਰੁੱਧ ਇੱਕ ਦਰਖਾਸਤ ਦਿੱਤੀ ਜਾਂਦੀ ਹੈ ਜਿਸ ਨੂੰ ਕਿ ਇੱਕ ਸਥਾਨਕ ਅਖਬਾਰ ਦੇ ਵਿੱਚ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਕੀ ਇਹ ਤੁਹਾਡੇ ਅਨੁਸਾਰ ਇੱਕ ਸੇਵਾ ਸੰਬੰਧ ਬਣਦਾ ਹੈ? ਜੇ ਬਣਦਾ ਹੈ ਤਾਂ ਕਾਰਨ ਦੱਸੋ। ਸਰਵਸੋ ਸੰਬੰਧ ਹੋਗੀ ਜਾਂ ਨਹੀਂ ਹੋਗੀ? ਇਹ ਜੋ ਕੋਈ ਵਿਅਕਤੀ 20 ਸਾਲਾਂ ਤੋਂ ਰਹਿ ਰਿਹਾ ਹੈ, ਅਮਰੀਕਾ 'ਚ ਰਹਿ ਰਿਹਾ ਹੈ ਤੇ ਅਸੀਂ ਉਹਨੂੰ ਸਰਵਿਸ ਕਰਾਉਣੀ ਹੈ, ਸਮਨਿੰਗ ਕਰਵਾਉਣੀ ਹੈ, ਅਸੀਂ ਲੋਕਲ ਅਖਬਾਰ ਦੇ ਵਿੱਚ ਕੋਈ ਪੇਪਰ ਨਿਊਜ਼ ਦੇ ਦਿੰਦੇ ਹਾਂ। ਇਜ਼ ਇਟ ਵੈਲਿਡ ਔਰ ਨਾਟ? ਨਹੀਂ ਵੈਲਿਡ ਨਹੀਂ ਜੀ। ਨਹੀਂ ਵੈਲਿਡ ਸਰ। ਹਾਂ, ਵੈਲਿਡ ਹੀ ਮੰਨਿਆ ਜਾਊਗਾ ਸਰ। ਫੈਮਿਲੀ ਨੂੰ ਇਨਫੋਰਮੇਸ਼ਨ ਦੇਣੀ ਹੈ। ਫੈਮਿਲੀ ਤਾਂ ਉਹਦੀ ਇੱਥੇ, ਉਹਨਾਂ ਨੇ ਇਹ ਤਾਂ ਨਹੀਂ ਕਹੀ ਗੱਲ ਕਿ ਫੈਮਿਲੀ ਨਹੀਂ ਹੈ। ਫੈਮਿਲੀ ਨੂੰ ਵੀ ਅਸੀਂ ਇਨਫੋਰਮ ਕਰ ਸਕਦੇ ਹਾਂ। ਇਹਦਾ 20 ਦਾ ਸੀ ਪਾਰਟ ਦੇਖੋ ਜੀ, 20 ਦਾ ਸੀ ਪਾਰਟ, 5 ਦਾ 6 ਦਾ ਸੀ ਪਾਰਟ, 20 ਦੇ
ਸੈਕਸ਼ਨ B subsection 6 ਤੇ clause C, where the person resides out of India and has no agent in India empowered to accept service, the summons may address to the person at the place where he is residing may be sent to him by the post or by courier service as the approved by the High Court or by fax message or by electronic mail service. ये देखोगे C part. Section 20 subsection 6 ਤੇ ਇਹਦਾ ਹੈਗਾ clause C। ਠੀਕ ਹੈ ਜੀ, ਨੋਟ ਕਰ ਲਓ। ਦੈਨ ਚੱਲਦੇ ਹਾਂ ਅੱਗੇ। ਕੁਐਸਚਨ ਨੰਬਰ 3, ਸੰਖੇਪ ਚ ਵਰਣਨ ਕਰੋ ਨੰਬਰਦਾਰ ਦੀ ਨਿਯੁਕਤੀ ਦੇ ਲਈ ਕੀ ਆਧਾਰ ਮੰਨਿਆ ਜਾਂਦਾ ਹੈ। ਨੰਬਰਦਾਰ ਦੀ ਨਿਯੁਕਤੀ ਲਈ ਕੀ ਆਧਾਰ ਮੰਨਿਆ ਜਾਂਦਾ ਹੈ। ਦੇਖੋ ਇਹ ਆਪਾਂ ਪੜ੍ਹਿਆ ਸੀਗਾ, ਇਹ ਸਾਰਾ ਨੰਬਰਦਾਰ ਦੇ ਬਾਰੇ ਸਾਰਾ ਰੂਲ ਕਵਰ ਕਰਦੇ ਆ। ਠੀਕ ਹੈ ਜੀ, ਰੂਲ ਜਦੋਂ ਨੰਬਰਦਾਰ ਦੀ ਗੱਲ ਆ ਗਈ ਤਾਂ ਸਿੱਧੇ ਰੂਲਾਂ 'ਚ ਪਹੁੰਚੋ ਜੀ। ਲੈਂਡ ਐਕਟ ਦੇ ਪਿਛਲੇ ਪਾਸੇ ਰੂਲ ਲੱਗੇ ਹੁੰਦੇ ਆ। consideration of the first appointment, rule 15 जी, ਸੰਖੇਪ ਰੂਲ 15 ਸੰਖੇਪ ਚ ਵਰਣਨ ਕਰੋ ਨੰਬਰਦਾਰ ਦੀ ਨਿਯੁਕਤੀ ਦੇ ਲਈ ਕੀ ਆਧਾਰ ਮੰਨਿਆ ਜਾਂਦਾ ਹੈ। ਕਿਹੜੇ ਕਿਹੜੇ ਪੁਆਇੰਟ ਅਸੀਂ ਦੇਖਦੇ ਹਾਂ ਜਦੋਂ ਨੰਬਰਦਾਰ ਨੂੰ ਅਸੀਂ ਰਿਕਮੈਂਡ ਕਰਦੇ ਹਾਂ ਐਜ਼ ਰੈਵਨਿਊ ਆਫੀਸਰ। ਤੁਸੀਂ ਨੰਬਰਦਾਰ ਦੀਆਂ ਤੁਹਾਡੇ ਕੋਲੇ ਜਿਹੜੇ ਕੇਸਿਸ ਨੇ ਤੁਹਾਡੇ ਕੋਲੇ ਚੱਲਦੇ ਨੇ, ਰਿਕਮੈਂਡੇਸ਼ਨਸ ਤੁਹਾਡੇ ਵੱਲੋਂ ਹੋਣੀਆਂ ਨੇ। ਠੀਕ ਹੈ, ਉਦੋਂ ਕਿਹੜੇ ਕਿਹੜੇ ਪੁਆਇੰਟਸ ਨੇ ਜਿਹੜੇ ਤੁਸੀਂ ਕੰਸੀਡਰ ਕਰਦੇ ਹੁੰਦੇ ਹੋ। ਬਹੁਤ ਵਾਰੀ ਆਪਾਂ ਗੱਲ ਕੀਤੀ ਹੈ, ਇੱਕ ਤਾਂ ਹੈਰੀਡਿਟਰੀ ਕਲੇਮ ਹੁੰਦਾ ਹੈ ਵੀ ਇਸ ਪਰਿਵਾਰ 'ਚ ਕੋਈ ਪਹਿਲਾ ਮੈਂਬਰ ਰਿਹਾ ਕੋਈ ਨਹੀਂ ਰਿਹਾ। ਫਿਰ ਪ੍ਰਾਪਰਟੀ ਦੇ ਬਾਰੇ ਦੇਖਿਆ ਜਾਂਦਾ ਵੀ ਇਹਦੇ ਕੋਲ ਜਾਇਦਾਦ ਕਿੰਨੀ ਕੁ ਨਹੀਂ, ਜਾਂ ਫਿਰ ਸਰਵਿਸ ਸਟੇਟ ਦੇ ਲਈ ਇਹਦੇ ਪਰਿਵਾਰ ਦੇ ਮੈਂਬਰ ਨੇ ਜਾਂ ਇਸ ਨੇ ਕਿਸੇ ਕੋਈ ਸਰਕਾਰੀ ਕੰਮ ਦੇ ਵਿੱਚ ਕੋਈ ਹੈਲਪ ਸਰਕਾਰ ਦੀ ਕਰਦੇ ਆ ਕਿ ਨਹੀਂ ਕਰਦੇ। ਇਹਦਾ ਇੱਕ ਵਿਅਕਤੀ ਦਾ ਪਰਸਨਲ ਕਰੈਕਟਰ ਕਿਹਾ ਜਾਏ, ਕਰੈਕਟਰ ਅਸੀਂ ਪੁਲਿਸ ਤੋਂ ਵੈਰੀਫਾਈ ਕਰਵਾਉਂਦੇ ਹਾਂ। ਠੀਕ ਹੈ ਜੀ, ਪਰਸਨਲ ਕਰੈਕਟਰ ਕਿਹਾ ਜਾਏ ਇਸ ਵਿਅਕਤੀ ਦਾ। ਇਨਫਲੂਐਂਸ ਪਿੰਡ ਵਿੱਚ ਹੈਗਾ, ਆਪਦੀ ਕੌਮ ਦੇ ਵਿੱਚ ਇਨਫਲੂਐਂਸ ਹੈਗਾ ਜਾਂ ਨਹੀਂ ਹੈਗਾ। ਠੀਕ ਹੈ, ਤੇ ਇਹ ਕੋਈ ਫਰੀਡਮ ਫਾਈਟਰ ਇਸ ਫੈਮਿਲੀ 'ਚ ਰਿਹਾ ਹੋਵੇ ਨਾ ਰਿਹਾ ਹੋਵੇ। ਇਹ ਜਿਹੜੇ ਪੰਜ ਛੇ ਜਿਹੜੇ ਪੁਆਇੰਟ ਹੈਗੇ ਆ ਇਹ ਅਸੀਂ ਦੇਖਦੇ ਹਾਂ ਕਿਹਦੀ ਵੇਟੇਜ ਜ਼ਿਆਦਾ ਬਣਦੀ ਹੁੰਦੀ ਹੈ। ਉਹਦੇ ਵਿੱਚ ਅਸੀਂ ਉਸੇ ਨੰਬਰਦਾਰ ਦਾ ਜਿਹੜਾ ਨਾਮ ਹੈ ਰਿਕਮੈਂਡ ਕਰਦੇ ਹਾਂ ਨੰਬਰਦਾਰੀ ਦੇ ਲਈ। ਠੀਕ ਹੈ ਜੀ, ਫਿਰ ਰੂਲ 15 ਤੁਸੀਂ ਲਿਖ ਲਓਗੇ, ਸਫੀਸ਼ੀਐਂਟ ਹੈਗਾ। ਨੈਕਸਟ ਕੁਐਸਚਨ ਹੈਗਾ ਕੁਐਸਚਨ ਆੜਾ। ਹੇਠ ਲਿਖੇ ਨੰਬਰਦਾਰੀ ਉਮੀਦਵਾਰਾਂ ਦੇ ਮੁਸ਼ਤੀ ਮਨਾਦੀ ਉਪਰੰਤ ਅਪਲਾਈ ਕੀਤਾ ਹੈ। ਤੁਹਾਡੇ ਕੋਲ ਕੋਈ ਅਰਜੀ ਆਈ ਸੀਗੀ ਨੰਬਰਦਾਰੀ ਵਾਸਤੇ। ਠੀਕ ਹੈ, ਉਸ ਅਰਜੀ ਦੇ ਅਗੇਂਸਟ ਪਰਮਿਸ਼ਨ ਲੈਣ ਤੋਂ ਬਾਅਦ ਕਲੈਕਟਰ ਤੋਂ ਤਾਂ ਤੁਸੀਂ ਪਿੰਡ 'ਚ ਮਨਾਦੀ ਕਰਾਈ ਹੈ, ਹੋਰ ਐਪਲੀਕੇਸ਼ਨ ਦੀ ਮੰਗ ਕੀਤੀ ਹੈ ਇੱਕ ਡੇਟ ਫਿਕਸ ਕਰਕੇ। ਤੇ ਤੁਹਾਡੇ ਕੋਲ ਇਹ ਐਪਲੀਕੇਸ਼ਨ ਆਈਆਂ ਨੇ ਕਿਹੜੀਆਂ 5 ਵਿਅਕਤੀ 1 2 3 4 ਵਿਅਕਤੀਆਂ ਦੀਆਂ ਐਪਲੀਕੇਸ਼ਨ ਆਈਆਂ ਨੇ। ਉਹਨਾਂ ਦੇ ਚਾਰਾਂ ਦੇ ਚੋਂ ਤੁਸੀਂ ਕਿਹੜੇ ਵਿਅਕਤੀ ਨੂੰ ਜਿਹੜਾ ਹੈਗਾ ਉਹਦਾ ਨਾਮ ਰਿਕਮੈਂਡ ਕਰਨਾ ਚਾਹੋਗੇ। ਪਹਿਲਾ ਵਿਅਕਤੀ ਹੈਗਾ A, ਉਹਦੀ ਉਮਰ ਹੈ 75 ਈਅਰ ਤੇ ਇਹਦੀ ਕੁਆਲੀਫਿਕੇਸ਼ਨ ਹੈ MA ਇੰਗਲਿਸ਼। ਇਹ ਹੈਗਾ ਐਕਸ ਸਰਵਿਸਮੈਨ, ਫੌਜੀ ਹੈਗਾ, ਪਿੰਡ 'ਚ 7 ਏਕੜ ਦੀ ਜ਼ਮੀਨ ਹੈ, ਵਾਹੀ ਕਰਦਾ ਹੈ। ਠੀਕ ਹੈ ਜੀ, ਉਮਰ 75, MA, ਮਿਲਟਰੀ ਆਫੀਸਰ ਹੈ, ਮਿਲਟਰੀ ਫੌਜੀ ਹੈਗਾ, ਪਿੰਡ 'ਚ 7 ਏਕੜ ਜ਼ਮੀਨ ਹੈ। ਦੂਸਰਾ ਕੈਂਡੀਡੇਟ ਹੈਗਾ B, ਉਹਦੀ ਉਮਰ 25 ਸਾਲ ਹੈ, B.Tech ਕੀਤੀ ਵੀ ਹੈ, ਸਾਬਕਾ ਨੰਬਰਦਾਰ ਦਾ ਪੁੱਤਰ ਹੈ, ਸ਼ਹਿਰ 'ਚ ਰਹਿੰਦਾ, ਟਰਾਂਸਪੋਰਟ ਦਾ ਕੰਮ ਕਰਦਾ ਹੈ। ਥਰਡ ਹੈਗਾ C, ਉਮਰ 45 ਸਾਲ, ਅਨਪੜ੍ਹ ਹੈ, ਸਾਬਕਾ ਸਰਪੰਚ ਦਾ ਪੁੱਤਰ ਹੈ, ਪਿੰਡ ਵਿੱਚ 20 ਏਕੜ ਜ਼ਮੀਨ ਮਾਲਕੀ ਦੀ ਹੈਗੀ ਹੈ। ਫੋਰਥ ਹੈਗਾ D, ਉਮਰ 35 ਸਾਲ ਹੈ, BA ਹੈ, ਸਾਬਕਾ ਪੰਚ ਹੈ, ਪਿੰਡ ਦੇ ਵਿੱਚ ਪਹਿਲਾਂ ਰਿਹਾ, ਪਿੰਡ 'ਚ 10 ਏਕੜ ਜ਼ਮੀਨ ਵਾਹੁੰਦਾ ਹੈ। ਤੁਸੀਂ ਕਿਸ ਨੂੰ ਨੰਬਰਦਾਰ ਚੁਣੋਗੇ ਤੇ ਕਾਰਨਾਂ ਸਹਿਤ ਆਪਣੀ ਪਸੰਦ ਦਾ ਸਮਰਥਨ ਕਰੋ। ਦੱਸੋ ਜੀ। ਡਿਸਟ੍ਰਿਕਟ ਮੋਹਾਲੀ ਵਾਲੇ ਕੈਂਡੀਡੇਟ ਬੋਲਣਗੇ ਜੀ, ਵਿੱਚ ਕਾਰਨਾਂ ਪਲੀਜ਼ ਬੋਲੋ। ਕੋਈ ਜਿਹਨੂੰ ਪੁੱਛਿਆ ਗਿਆ ਹੈਗਾ ਉਹੀ ਜਵਾਬ ਦੇਗਾ। ਇੱਕ ਦੀ ਉਮਰ 75 ਸਾਲ ਹੈ, MA ਇੰਗਲਿਸ਼, ਫੌਜੀ, 7 ਏਕੜ ਜ਼ਮੀਨ। ਦੂਜੇ ਦੀ ਉਮਰ 25 ਸਾਲ, B.Tech, ਸਾਬਕਾ ਨੰਬਰਦਾਰ ਦਾ ਪੋਤਰਾ, ਸ਼ਹਿਰ 'ਚ ਰਹਿੰਦਾ ਹੈ। ਤੀਸਰਾ 45 ਸਾਲ ਦਾ, ਅਨਪੜ੍ਹ ਹੈ, ਸਰਪੰਚ ਦਾ ਮੁੰਡਾ ਹੈ ਤੇ 20 ਏਕੜ ਜ਼ਮੀਨ ਮਾਲਕੀ ਦੀ ਹੈ। ਚੌਥਾ ਹੈਗਾ 35 ਸਾਲ ਦਾ, BA ਹੈਗਾ, ਸਾਬਕਾ ਪੰਚ ਹੈ, ਪਿੰਡ 'ਚ 10 ਏਕੜ ਜ਼ਮੀਨ ਹੈ। ਡਿਸਟ੍ਰਿਕਟ ਮੋਹਾਲੀ ਵਾਲੇ ਦੱਸਣਗੇ ਜੀ। ਮੋਹਾਲੀ ਤੋਂ ਮਥਰੇਸ਼ ਜੀ ਕਿਹੜੇ ਬੈਠੇ ਨੇ? ਮੋਹਾਲੀ ਤੋਂ ਕੌਣ ਬੈਠੇ ਨੇ? ਮੋਹਾਲੀ ਤੋਂ ਵੈਸ਼ਨੋ ਦਾਸ ਜੀ। ਦੱਸੋ ਕਿਹੜੇ ਬੰਦੇ ਦਾ ਨਾਮ ਰਿਕਮੈਂਡ ਕਰੋਗੇ ਤੁਸੀਂ ਚਾਰਾਂ ਚੋਂ। ਜੇ ਤੁਸੀਂ ਵਿੰਗ ਰੈਵਨਿਊ ਆਫੀਸਰ ਕੰਮ ਕਰ ਰਹੇ ਹੋ, ਤੁਹਾਡੇ ਕੋਲ 4 ਅਰਜ਼ੀਆਂ ਆ ਗਈਆਂ
ਦੇਖੋ ਜੇ ਕੰਮ ਆਉਂਦਾ ਹੋਵੇ ਤਾਂ ਤੁਸੀਂ ਆਪਦਾ ਕੰਮ ਕਰਨਾ ਹੁੰਦਾ ਆਪ, ਨਹੀਂ ਤਾਂ ਫਿਰ ਸਾਡਾ ਜਦੋਂ ਅਸੀਂ ਕੰਮ, ਸਾਨੂੰ ਕੰਮ ਨਹੀਂ ਆਉਂਦਾ, ਫਿਰ ਅਸੀਂ ਜੋ ਸਾਡੇ ਰੀਡਰਸ ਕਹਿੰਦੇ ਆ ਅਸੀਂ ਫਿਰ ਉਹਦੇ ਮੁਤਾਬਕ ਕਰਦੇ ਹਾਂ। ਠੀਕ ਹੈ, ਗਲਤ ਕਹਿੰਦੇ ਜੇ ਸਹੀ ਕਹਿੰਦੇ ਆ, ਪਰ ਜੇਕਰ ਅਸੀਂ ਸਾਨੂੰ ਕੋਈ ਸਟੱਡੀ ਕੀਤੀ ਹੁੰਦੀ ਹੈ ਫਿਰ ਅਸੀਂ ਆਪਣੇ ਅਕੋਰਡਿੰਗ ਅਸੀਂ ਮੈਰਿਟ ਤੇ ਕੰਮ ਕਰਨਾ ਚਾਹੀਦਾ ਹੁੰਦਾ ਸਾਨੂੰ। ਸਰ 4 ਨੰਬਰ ਜੀ ਜਿਹੜਾ BA ਹੈ ਜੀ। ਕੌਣ ਬੋਲ ਰਹੇ ਹੋ ਜੀ? ਕੁਲਦੀਪ ਬੋਲ ਰਹੇ ਜੀ ਸਰ, ਮੋਹਾਲੀ ਤੋਂ। ਹਾਂ ਠੀਕ ਹੈ, ਬਿਲਕੁਲ ਠੀਕ ਹੈ। ਦੇਖੋ ਪਹਿਲੇ ਕੇਸ ਦੇ ਵਿੱਚ ਜਿਹੜੀ ਉਮਰ ਹੈ 75, ਇਟ ਇਜ਼ ਨਾਟ ਐਕਸੈਪਟੇਬਲ, ਨਾਟ ਐਕਸੈਪਟੇਬਲ, ਜੋ ਕਿ ਸਾਡੇ ਕੋਲੇ ਹੋਰ ਕੈਂਡੀਡੇਟ ਹੈਗੇ ਨੇ ਘੱਟ ਉਮਰ ਦੇ। ਠੀਕ ਹੈ, ਦੂਜੇ ਕੇਸ ਦੇ ਵਿੱਚ ਉਮਰ 25 ਸਾਲ ਦੀ ਹੈ, B.Tech ਹੈਗਾ, ਪਰ ਇਹ ਟਰਾਂਸਪੋਰਟ ਦਾ ਕੰਮ ਕਰਦਾ, ਸ਼ਹਿਰ ਰਹਿੰਦਾ ਹੈ। ਜਿੱਥੇ ਸ਼ਹਿਰ ਰਹਿਣ ਦੀ ਗੱਲ ਹੈਗੀ ਹੈ, ਫਿਰ ਇਹ ਸਾਰੇ ਪਿੰਡ ਦੇ ਕੰਮ ਨਹੀਂ ਕਰ ਪਾਏਗਾ। ਠੀਕ ਹੈ, ਥਰਡ ਕੇਸ ਦੇ ਵਿੱਚ ਹੈਗਾ ਉਮਰ 45 ਸਾਲ ਹੈ, ਅਨਪੜ੍ਹ ਹੈ, ਸਾਬਕਾ ਸਰਪੰਚ ਦਾ ਪੁੱਤਰ ਹੈ, 20 ਏਕੜ ਜ਼ਮੀਨ ਵੀ ਹੈ, ਪਰ ਇਹ ਬੰਦਾ ਅਨਪੜ੍ਹ ਹੈ। ਕਿਉਂਕਿ ਸਾਡੇ ਕੋਲੇ ਹੋਰ ਪੜ੍ਹੇ ਲਿਖੇ ਹੈਗੇ, ਫਿਰ ਅਸੀਂ ਅਨਪੜ੍ਹ ਨੂੰ ਕਿਉਂ ਚੂਜ਼ ਕਰਾਂਗੇ। ਠੀਕ ਹੈ, ਫੋਰਥ ਕੇਸ 'ਚ ਹੈਗੀ ਹੈ ਉਮਰ 35 ਸਾਲ ਹੈ, BA ਹੈਗਾ, ਸਾਬਕਾ ਪੰਚ ਵੀ ਹੈਗਾ, ਪਿੰਡ 'ਚ 10 ਏਕੜ ਜ਼ਮੀਨ ਵੀ ਹੈਗੀ ਹੈ, ਉਮਰ ਵੀ ਜੈਨੂਨ ਹੈਗੀ ਹੈ 35 ਈਅਰ, ਐਜੂਕੇਸ਼ਨ ਵੀ ਹੈਗੀ ਹੈ, ਤੇ ਪਿੰਡ 'ਚ ਇਨਫਲੂਐਂਸ ਵੀ ਹੈਗਾ ਕਿਉਂਕਿ ਸਾਬਕਾ ਪੰਚ ਹੈ, ਖੁਦ ਵੀ ਪਹਿਲਾਂ ਬਣਿਆ ਹੋਇਆ ਮਹੱਲੇ ਦੇ ਵਿੱਚ, ਆਪਣੇ ਏਰੀਆ ਦੇ ਵਿੱਚ, ਆਪਣੇ ਉਹਦੇ ਵਿੱਚ ਉਹਦਾ ਜਿਹੜਾ ਮਤਲਬ ਇਨਫਲੂਐਂਸ ਵੀ ਹੈਗਾ, ਜ਼ਮੀਨ ਵੀ ਹੈਗੀ। ਠੀਕ ਹੈ, ਵੀ ਵਿਲ ਰਿਕਮੈਂਡ ਦਾ ਨੇਮ ਆਫ ਦਾ D। ਦੈਨ ਆ ਗਿਆ ਜੀ ਰੂਲ ਕਿਹੜਾ ਕੋਡ ਕਰਾਂਗੇ ਸਰ? ਹੈ ਰੂਲ ਇਸ ਦੇ ਰੂਲ ਇਹੀ 15 ਆ ਗਿਆ ਜੀ, 15। ਹਾਂਜੀ ਰੂਲ 15। ਠੀਕ ਹੈ ਸਰ, ਰੂਲ 15, ਰੂਲ 15 ਆ ਗਿਆ ਜੀ। ਇਹ 'ਚ ਸਾਰੇ ਜਿਹੜੇ ਪੁਆਇੰਟਸ ਅਸੀਂ ਦੇਖਣੇ ਹੁੰਦੇ ਆ ਉਹ ਸਾਰੇ ਕਵਰ ਹੁੰਦੇ ਨੇ। ਮਤਲਬ ਇਹ ਜ਼ਰੂਰੀ ਨਹੀਂ ਹੁੰਦਾ ਵੀ ਸਾਰੇ ਦੇ ਸਾਰੇ ਪੁਆਇੰਟ ਕਵਰ ਹੁੰਦੇ ਹੋਣ, ਉਹਦੇ ਮੁਤਾਬਕ ਬੰਦਾ ਮੈਰਿਟ ਦੇਖਣੀ ਹੈ। ਨੈਕਸਟ ਹੈਗਾ ਜੀ ਕੁਐਸਚਨ ਨੰਬਰ 4, ਫਰਦ ਬਦਰ ਅਤੇ ਸਿਹਤ ਇੰਤਕਾਲ ਵਿੱਚ ਅੰਤਰ ਦੱਸਦੇ ਹੋਏ ਸਪਸ਼ਟ ਕਰੋ ਕਿ ਇਹਨਾਂ ਵਿੱਚੋਂ ਕਿਸ ਦੀ ਕਦੋਂ ਵਰਤੋਂ ਕੀਤੀ ਜਾਂਦੀ ਹੈ। ਮੈਨੂੰ ਦੱਸਣਗੇ ਜੀ ਡਿਸਟ੍ਰਿਕਟ ਸੰਗਰੂਰ, ਡਿਸਟ੍ਰਿਕਟ ਸੰਗਰੂਰ ਤੋਂ ਫਰਦ ਬਦਰ ਤੇ ਸਿਹਤ ਇੰਤਕਾਲ, ਡਿਫਰੈਂਸ ਬਿਟਵੀਨ ਫਰਦ ਬਦਰ ਐਂਡ ਸਿਹਤ ਇੰਤਕਾਲ ਕਦੋਂ ਅਸੀਂ ਯੂਜ਼ ਕਰਦੇ ਹਾਂ। ਸਰ ਫਰਦ ਬਦਰ ਤਾਂ ਜੇ ਕੋਈ ਜਮਾਬੰਦੀ ਦੇ ਚਾਲੂ ਜਮਾਬੰਦੀ ਦੇ ਕੌਣ ਬੋਲ ਰਹੇ ਨੇ ਜੀ? ਕੌਣ ਬੋਲ ਰਹੇ ਨੇ ਜੀ? ਜਰਮਿੰਦਰ ਸਿੰਘ, ਸੰਗਰੂਰ ਡਿਸਟ੍ਰਿਕਟ। ਠੀਕ ਹੈ, ਹਾਂ। ਫਰਦ ਬਦਰ ਤਾਂ ਸਰ ਜੇ ਕੋਈ ਰਿਕਾਰਡ ਦੀ ਕਲੈਰੀਕਲ ਮਿਸਟੇਕ ਉਹਨੂੰ ਦਰੁਸਤ ਕਰਨ ਵਾਸਤੇ ਸਰ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਤੇ ਸਰ ਜਿਹੜਾ ਇੰਤਕਾਲ ਹੈ, ਤੇ ਜਿਹੜੇ ਇੰਤਕਾਲ ਦਾ ਇੰਪਲੀਮੈਂਟ ਅਜੇ ਨਹੀਂ ਹੋਇਆ ਰਿਕਾਰਡ 'ਚ, ਉਹਦੀ ਕੋਈ ਕਲੈਰੀਕਲ ਮਿਸਟੇਕ ਹੈ? ਕਲੈਰੀਕਲ ਮਿਸਟੇਕ ਵੀ ਹੋ ਸਕਦੀ ਹੈ, ਜਾਂ ਕੋਈ ਉਹ 'ਚ ਹੋਰ ਵੀ ਕਾਰਨ ਹੋ ਕੋਈ ਖਾਤਾ ਰਹਿ ਜਾਵੇ। ਹਾਂਜੀ ਸਰ, ਕੋਈ ਖਾਤਾ ਰਹਿ ਜਾਵੇ ਸਰ, ਜਾਂ ਜਿਵੇਂ ਕੋਈ ਵਿਰਾਸਤ ਤੇ ਰਹਿ ਜਾਂਦੀ ਹੈ ਸਰ ਕਿਸੇ ਖਾਤੇ 'ਚ। ਵੈਸੇ ਤਾਂ ਦੇਖੋ, ਵੈਸੇ ਤਾਂ ਜੇ ਕੋਈ ਖਾਤਾ ਰਹਿ ਜਾਏ ਵਿਰਾਸਤ ਦੇ ਇੰਤਕਾਲ ਦੇ ਵਿੱਚ, ਅਸੀਂ ਸਾਨੂੰ ਫਰਦ ਬਦਰ ਦਰਜ ਕਰਨੀ ਚਾਹੀਦੀ ਹੈ, ਉੱਥੇ ਸਿਹਤ ਇੰਤਕਾਲ ਦੀ ਲੋੜ ਨਹੀਂ ਹੁੰਦੀ ਹੈਗੀ। ਸਿਹਤ ਇੰਤਕਾਲ ਦਰਜ ਉਦੋਂ ਹੁੰਦਾ ਜਦੋਂ ਕੋਈ ਨਾ ਕੋਈ ਮਿਸਟੇਕ ਰਹਿ ਜਾਂਦੀ ਹੈ, ਕਲੈਰੀਕਲ ਮਿਸਟੇਕ ਹੀ ਕਹਿ ਲਈਏ, ਕੋਈ ਨਾਮ ਦੀ ਗਲਤੀ ਰਹਿ ਗਈ, ਕੋਈ ਨੰਬਰ ਖਸਰਾ ਛੁੱਟ ਗਿਆ, ਕੋਈ ਰਕਬੇ ਦਾ ਵਾਧਾ ਘਾਟਾ ਹੋ ਗਿਆ ਗਲਤੀ ਦੇ ਨਾਲ। ਠੀਕ ਹੈ, ਹਾਂ, ਇਹ ਤੁਹਾਡਾ ਨੰਬਰ 15 ਦਾ ਹੈਗਾ, ਇਹਨੂੰ ਤੁਸੀਂ ਡਿਟੇਲ 'ਚ ਲਿਖ ਸਕਦੇ ਹੋ। ਜਿੱਥੇ ਤੁਸੀਂ ਫਰਦ ਬਦਰ ਬਣਾਓਗੇ, ਫਰਦ ਬਦਰ ਦੱਸੋਗੇ, ਉੱਥੇ ਤੁਸੀਂ ਬੇਸ਼ੱਕ ਫਰਦ ਬਦਰ ਦਾ ਥੋੜਾ ਜਿਹਾ ਪਰਫਾਰਮਾ ਬਣਾ ਕੇ ਦਿਖਾ ਦਿਓ, ਕਿਉਂਕਿ 15 ਨੰਬਰ ਦਾ ਕੁਐਸਚਨ ਤੁਹਾਡਾ ਹੈਗਾ ਇਹ। ਠੀਕ ਹੈ, ਫਰਦ ਬਦਰ ਦੀ ਡਿਟੇਲ ਦੇ ਦਿਓ ਪਹਿਲਾਂ। ਜਿਹੜਾ ਨਾ ਇੰਤਕਾਲ ਦੇ ਵਿੱਚ ਖਾਤਾ ਹੀ ਪੈਣਾ ਤੋਂ ਰਹਿ ਗਿਆ, ਉਹਦੀ ਫਰਦ ਬਦਰ ਬਣੂ ਜਾਂ ਸਿਹਤ ਇੰਤਕਾਲ ਜਾਊ? ਜਿਹਦਾ ਵਿਰਾਸਤ ਦੇ ਕੇਸ 'ਚ ਰਹਿ ਗਿਆ ਇੰਤਕਾਲ 'ਚ ਖਾਤਾ ਪੈਣ ਤੋਂ, ਠੀਕ ਹੈ, ਫਿਰ ਤਾਂ ਅਸੀਂ ਫਰਦ ਬਦਰ ਬਣਾਵਾਂਗੇ। ਜੇਕਰ ਸਾਡੇ ਕੋਈ ਬੈ ਦੀ ਰਜਿਸਟਰੀ ਹੈ, ਕੋਈ ਬੈ ਦਾ ਇੰਤਕਾਲ ਹੈ, ਕੋਈ ਗਹਿਣ ਦਾ ਇੰਤਕਾਲ ਹੈ, ਉਹਦੇ 'ਚ ਖਾਤਾ ਪੈਣ ਤੋਂ ਰਹਿ ਗਿਆ, ਫਿਰ ਅਸੀਂ ਸਿਹਤ ਇੰਤਕਾਲ ਦਰਜ ਕਰਾਂਗੇ। ਸਰ ਸਿਹਤ ਇੰਤਕਾਲ ਉਹਦਾ ਹੁੰਦਾ ਹੈਗਾ ਜੀ। ਹਾਂਜੀ, ਜਦੋਂ ਕੋਈ ਸਿਹਤ ਇੰਤਕਾਲ ਦਾ ਜਦੋਂ ਹੁੰਦਾ ਜਮਾਬੰਦੀ ਬਣ ਗਈ ਜੀ, ਆਪਾਂ ਨੂੰ ਇੰਤਕਾਲ ਕਰਤੀ ਲੱਗੇ ਵੀ ਸਿਹਤ ਇੰਤਕਾਲ ਹੁੰਦਾ ਜੀ। ਸਰ ਸਿਹਤ ਅੰਤਰਾਜ ਦਾ ਇੰਤਕਾਲ ਜਦੋਂ ਜਮਾਬੰਦੀ ਬਣ ਜੇ, ਜਮਾਬੰਦੀ ਬਣਨ ਤੋਂ ਬਾਅਦ ਹੋਣਾ। ਬਾਅਦ ਕੋਈ ਗਲਤੀ ਆਏ ਤੇ ਜੀ ਬਾਅਦ ਚੋਂ ਨਹੀਂ, ਜਦ ਮਰਜ਼ੀ ਹੋ ਜਵੇ ਜੀ। ਨਹੀਂ ਸਰ, ਸਿਹਤ ਇੰਤਕਾਲ ਨਹੀਂ ਹੋ ਸਕਦਾ। ਜੇ ਜਿਹੜੀ ਮਜਮੂਨ ਚੱਲ ਰਹੀ ਹੈ ਜੀ, ਉਹ ਸਿਹਤ ਇੰਤਕਾਲ ਨਹੀਂ ਹੋ ਸਕਦਾ, ਉਹ ਨੋਟ ਰਾਹੀਂ ਦਰੁਸਤੀ ਹੋਣੀ। ਕਿਹੜਾ ਪੈਰਾ ਪੜੋਗੇ ਜੀ? ਰੂਲ ਦੱਸੋ ਸਰ। ਜਿਹੜਾ 29 ਤੇ 730 ਜੀ। 729 730 ਸਿਹਤ ਇੰਤਕਾਲ ਵਾਸਤੇ ਜੀ। 729 730 ਹਾਂਜੀ 730
ਸਰ ਸਾਡਾ origignal ਡਾਕੂਮੈਂਟ ਜਿਹੜਾ ਹੈਗਾ ਉਹ ਸਹੀ ਹੈਗਾ, ਉਹਦੀ ਇੰਪਲੀਮੈਂਟੇਸ਼ਨ ਜਦੋਂ ਅਸੀਂ ਇੰਤਕਾਲ ਦਰਜ ਕੀਤਾ ਉਹਦੇ ਵਿੱਚ ਕੋਈ ਗਲਤੀ ਆ ਗਈ ਤਾਂ ਉਹਦੀ ਸਿਹਤ ਇੰਦਰਾਜ ਦਰਜ ਹੋਵੇਗਾ। mutation of correction not to be made ਇਹ ਸੱਤੀ ਚ। ਤਾਂ ਆਉਣਾ ਨਹੀਂ ਸਿਹਤ ਇੰਦਰਾਜ। mutation of correction not to be made when an entry has been incorporated in the jamabandi, a mutation should not be entered। तो jamabandi ਇਹਦਾ entry ਕਿਉਂ ਆਈ होगी ਇੱਥੇ ਲਿਖਿਆ ਇੰਤਕਾਲ ਚੜਾਉਣ ਦੀ ਲੋੜ ਨਹੀਂ। ਇੱਥੇ ਇੰਤਕਾਲ when an entry has been incorporated in the jamabandi, when an entry एक मिनट सुनो जी, when an entry has been incorporated in the jamabandi, a mutation should not be entered upon or sanctioned for the purpose of correcting it, except to correct a clerical error। ਇਹਦੇ ਵਿੱਚ ਇਹ ਕਿਹਾ ਗਿਆ ਜੀ 37 ਦੇ ਵਿੱਚ ਤਾਂ ਇਹ ਗੱਲ ਕਹੀ ਗਈ ਹੈ ਵੀ ਜੇ ਜਮਾਬੰਦੀ ਦੇ ਵਿੱਚ ਅਮਲ ਹੋ ਜਾਵੇ ਤਾਂ ਤੁਸੀਂ ਇੰਤਕਾਲ ਦਰਜ ਨਹੀਂ ਕਰੋਗੇ ਸਿਹਤ ਰਾਹੀਂ, ਫਿਰ ਪਾਰਟੀ ਕੋਰਟ ਦੇ ਵਿੱਚ ਜਾਏਗੀ। ਠੀਕ ਹੈ, ਇਹ ਤਾਂ ਸਰ ਸਿਹਤ ਇੰਦਰਾਜ ਇੰਤਕਾਲ ਕਸਟਮਰੀ ਦਾ ਨਹੀਂਗਾ, ਰੂਲ ਤਾਂ ਮੈਂ ਲੱਭਿਆ ਨਹੀਂ ਕਿਤੇ ਵੀ ਦੇਖ ਲਿਆ ਜੀ। 37 ਦੇ ਵਿੱਚ ਇਹ ਕਿਹਾ ਗਿਆ mutation of correction not to be made। 37 ਦੇ ਵਿੱਚ ਤਾਂ ਸਿੰਪਲ ਇਹ ਗੱਲ ਕੀਤੀ ਗਈ ਹੈ, ਬੇਸ਼ੱਕ ਅਸੀਂ ਸਿਹਤ ਇੰਤਕਾਲ ਰਾਹੀਂ ਕਰੈਕਸ਼ਨ ਕਰਦੇ ਹਾਂ, ਪਰ ਇੱਥੇ ਕਿਹਾ ਵੀ ਜੇ ਜਮਾਬੰਦੀ ਬਣ ਗਈ, ਜਮਾਬੰਦੀ ਚ ਇੰਤਕਾਲ ਕਾਰਪੋਰੇਟ ਹੋ ਗਿਆ, ਫਿਰ then aggrieved party may go to the civil court। ठीक है, except ਆਪਾਂ ਸਿਹਤ ਇੰਤਕਾਲ ਕਰ ਸਕਦੇ ਹਾਂ। when an entry has been incorporated in the jamabandi, a mutation should not be entered upon or sanctioned for the purpose of correcting it, except to correct a clerical error। देखो नाले ਤੁਹਾਨੂੰ where this cannot be done by a further, ਇੱਥੇ ਇਹ ਤੁਹਾਨੂੰ ਦੇਖੋ ਇੱਥੇ ਇਹ ਸਮਝਾ ਰਿਹਾ ਹੈਗਾ ਵੀ ਜੇ ਕਿਤੇ ਇੰਤਕਾਲ ਦੇ ਵਿੱਚ ਕੋਈ ਗਲਤੀ ਰਹਿ ਗਈ, ਕਲੈਰੀਕਲ ਮਿਸਟੇਕ ਰਹਿ ਗਈ, ਠੀਕ ਹੈ, that can be corrected by the ਸਿਹਤ ਇੰਤਕਾਲ, ਉਹਨੂੰ ਤਾਂ ਕਰੈਕਟ ਕਰ ਸਕਦੇ ਆ ਜਿੱਥੇ ਉਹ ਐਂਟਰੀ ਫਰਵਦਰ ਰਾਹੀਂ ਦੁਰਸਤ ਨਹੀਂ ਹੋ ਸਕਦੀ, ਉਹ ਐਂਟਰੀ ਫਰਵਦਰ ਰਾਹੀਂ ਦੁਰਸਤ ਨਹੀਂ ਹੋ ਸਕਦੀ, ਠੀਕ ਹੈ, ਤਾਂ ਸਿਹਤ ਇੰਤਕਾਲ ਰਾਹੀਂ ਅਸੀਂ ਉਹਨੂੰ ਦੁਰਸਤ ਕਰ ਸਕਦੇ ਹਾਂ ਜਮਾਬੰਦੀ ਬਣਨ ਤੋਂ ਪਹਿਲਾਂ। ਜੇ ਜਮਾਬੰਦੀ ਬਣ ਗਈ, ਜਮਾਬੰਦੀ ਚ ਇਨਕਾਰਪੋਰੇਸ਼ਨ ਹੋ ਗਈ, ਫਿਰ ਸਾਡੇ ਕੋਲ ਇਹ ਕਰੈਕਸ਼ਨ ਕਰਨ ਦਾ ਤਰੀਕਾ ਨਹੀਂ ਹੈਗਾ। ਬੇਸ਼ੱਕ ਸਭ ਕੁਝ ਪ੍ਰੈਕਟੀਕਲ ਤੌਰ ਤੇ ਪ੍ਰੈਕਟੀਕਲੀ ਅਸੀਂ ਬੇਸ਼ੱਕ ਸਭ ਕੁਝ ਕਰਦੇ ਰਹਿੰਦੇ ਹਾਂ, ਪਰ ਅਸਲ 'ਚ ਲਾਅ ਇਹ ਗੱਲ ਕਹਿੰਦਾ ਹੈ then the aggrieved party have to go to the civil court। ਬਿਲਕੁਲ ਸਰ, ਪ੍ਰੈਕਟੀਕਲੀ ਵੀ ਇਹੀ ਹੁੰਦਾ, ਜਿੰਨਾ ਚਿਰ ਇੰਪਲੀਮੈਂਟ ਨਹੀਂ ਹੋਇਆ ਜਮਾਬੰਦੀ ਸਿਹਤ ਇੰਦਰਾਜ ਉਹਨਾਂ ਟਾਈਮ ਨਹੀਂ ਹੁੰਦਾ। ਹਾਂ, ਬੇਸ਼ੱਕ ਅਸੀਂ ਸਭ ਕੁਝ, ਬੇਸ਼ੱਕ ਅਸੀਂ ਕਲੈਰੀਕਲ, ਬੇਸ਼ੱਕ ਇਨ ਪ੍ਰੈਕਟਿਸ ਅਸੀਂ ਜਮਾਬੰਦੀ 'ਚ ਅਮਲ ਹੁੰਦਾ ਹੋਰ ਹੁੰਦਾ, ਤਦ ਵੀ ਅਸੀਂ ਸਾਰਾ ਕੁਝ ਕਰਦੇ ਹਾਂ, ਕਰੈਕਸ਼ਨ ਕਰਦੇ ਹਾਂ, ਠੀਕ ਹੈ। ਤੇ ਜਿੱਥੇ ਸਾਨੂੰ ਲੱਗਦਾ ਵੀ ਕੋਈ ਡਿਸਪਿਊਟ ਨਹੀਂ ਕ੍ਰੀਏਟ ਹੁੰਦਾ, ਪਾਰਟੀਆਂ ਵਿੱਚ ਕੋਈ ਝਗੜਾ ਨਹੀਂ ਪਏਗਾ, ਇਹ ਕਰੈਕਸ਼ਨ ਕਰਨ ਦੇ ਨਾਲ ਅਸੀਂ ਕਰਦੇ ਹਾਂ ਸਾਰਾ ਕੁਝ, ਪਰ ਲਾਅ ਇਹ ਹੈਗਾ। ਠੀਕ ਹੈ ਜੀ, 37 ਤੇ 729। ਨੈਕਸਟ ਚੱਲਦੇ ਹਾਂ ਜੀ ਅੱਗੇ। ਸਰ ਸਿਹਤ ਇੰਦਰਾਜ ਦਾ ਇੰਤਕਾਲ ਜਿਹੜਾ ਕਰਦੇ ਆ ਉਹਦਾ ਪੈਰਾ ਕਿਹੜਾ ਜੀ? 37 ਹੈਗਾ, ਇਹਦੇ ਚ ਲਿਖਿਆ, ਇਹਦੇ ਵਿੱਚ ਇਹਦੇ ਵਿੱਚ ਹੀ ਲਿਖਿਆ ਹੈ, ਇਹਦੇ ਵਿੱਚ ਹੀ ਲਿਖਿਆ ਹੈ except to correct a clerical error। ਇਹ ਨਹੀਂ ਕਿਹਾ ਵੀ ਮੁਟੇਸ਼ਨ ਅਦਰਵਾਈਜ਼ ਦਰਜ ਕਰਨ ਦੀ ਲੋੜ ਨਹੀਂ ਹੈਗੀ, ਪਰ ਜੇ ਕਲੈਰੀਕਲ ਐਰਰ ਹੈਗੀ ਤਾਂ ਅਸੀਂ ਕਰ ਸਕਦੇ ਹਾਂ। ਠੀਕ ਹੈ, 37 ਦੇ ਵਿੱਚ ਕਲੀਅਰ ਕੀਤਾ ਦੋਨੋਂ ਗੱਲਾਂ, 37 ਦੇ ਵਿੱਚ ਦੋਨੋਂ ਗੱਲਾਂ ਕਲੀਅਰ ਕੀਤੀਆਂ ਨੇ ਵੀ ਜੇ ਤਾਂ ਮੁਟੇਸ਼ਨ ਐਂਟਰੀ ਹੋ ਗਈ, ਤੁਹਾਡੀ ਕਲੈਰੀਕਲ ਐਰਰ ਨਹੀਂ ਹੈਗੀ, ਕੋਈ ਹੋਰ ਐਰਰ ਹੈਗੀ ਹੈ, ਤਾਂ ਜਮਾਬੰਦੀ ਅਮਲ ਹੋ ਗਿਆ, ਫਿਰ ਤੁਸੀਂ ਸਿਹਤ ਇੰਤਕਾਲ ਨਹੀਂ ਕਰ ਸਕਦੇ। ਬਟ ਜੇ ਕਿਤੇ ਕਲੈਰੀਕਲ ਐਰਰ ਹੈਗੀ ਹੈ ਤੇ ਉਹ ਜਿਹੜੀ ਐਰਰ ਹੈਗੀ ਹੈ ਤੁਸੀਂ ਫਰਵਰ ਰਾਹੀਂ ਦੁਰਸਤ ਨਹੀਂ ਕਰ ਸਕਦੇ, then we have to enter mutation, ਤਾਂ ਸਿਹਤ ਇੰਤਕਾਲ ਰੱਦ ਕਰ ਸਕਦੇ ਹਾਂ ਅਸੀਂ। ਅੱਗੇ ਚੱਲਦੇ ਹਾਂ ਜੀ, ਕੁਐਸਚਨ ਨੰਬਰ 5। ਇੱਕ ਮਾਲ ਅਧਿਕਾਰੀ ਦੇ ਤੌਰ ਤੇ ਤੁਹਾਡੇ ਵੱਲੋਂ ਇੱਕ ਅਨਰਜਿਸਟਰਡ ਵਸੀਅਤ ਦੇ ਆਧਾਰ ਤੇ ਇੱਕ ਇੰਤਕਾਲ ਮਨਜ਼ੂਰ ਕੀਤਾ ਜਾਣਾ ਹੈ। ਅਨਰਜਿਸਟਰਡ ਬਿੱਲ ਹੈ, ਇੰਤਕਾਲ ਦਰਜ ਹੋ ਕੇ ਤੁਹਾਡੇ ਕੋਲ ਰੈਵਨਿਊ ਆਫਿਸਰ ਪੇਸ਼ ਹੋ ਗਿਆ, ਤੁਸੀਂ ਸੈਂਕਸ਼ਨ ਕਰਨਾ ਹੈ। ਇੰਤਕਾਲ ਮਨਜ਼ੂਰ ਕਰਨ ਤੋਂ ਪਹਿਲਾਂ ਤੁਸੀਂ ਕੁਦਰਤੀ ਵਾਰਸਾਂ ਅਤੇ ਵਸੀਅਤ ਦੇ ਆਧਾਰ ਤੇ ਕਿਹੜੇ ਤੱਥਾਂ ਨੂੰ ਵਿਚਾਰੋਗੇ?
ਵਸੀਅਤ ਹੈਗੀ ਰਜਿਸਟਰਡ ਵਸੀਅਤ ਦਾ ਮਤਲਬ ਅਨਰਜਿਸਟਰਡ ਵਸੀਅਤ ਹੈ, ਠੀਕ ਹੈ। ਅਨਰਜਿਸਟਰਡ ਵਸੀਅਤ ਹੈ, ਜਿੱਥੇ ਵਸੀਅਤ ਦੀ ਗੱਲ ਆ ਗਈ ਤਾਂ ਇਟ ਮੀਨ ਜਿਹੜੇ ਕੁਝ ਲੀਗਲ ਏਅਰਸ ਨੇ ਉਹ ਛੱਡੇ ਗਏ ਨੇ, ਇਹ ਪ੍ਰਜ਼ੂਮ ਕਰ ਲਿਆ ਜਾਂਦਾ, ਠੀਕ ਹੈ ਜੀ। ਜਿੱਥੇ ਵਸੀਅਤ ਦੀ ਗੱਲ ਆ ਗਈ, ਚਾਹੇ ਉਹ ਰਜਿਸਟਰਡ ਹੈ ਚਾਹੇ ਉਹ ਅਨਰਜਿਸਟਰਡ ਵਿਲ ਹੈਗੀ ਹੈ। ਇਹ ਤੋਂ ਮਤਲਬ ਇਹ ਆ ਜਾਂਦਾ ਵੀ ਤੁਸੀਂ ਜਿਹੜਾ ਵਸੀਅਤ ਕਰਨ ਵਾਲਾ ਵਿਅਕਤੀ ਹੈਗਾ ਉਸਨੇ ਆਪਣੇ ਸਾਰੇ ਲੀਗਲ ਵਾਰਸਾਂ ਦੇ ਨਾਲ ਵਸੀਅਤ ਨਹੀਂ ਕਰਵਾਈ ਹੈਗੀ, ਤਾਂ ਉਹਦੀ ਲੋੜ ਪਈ ਹੈ ਵਸੀਅਤ ਕਰਨ ਦੀ, ਨਹੀਂ ਤਾਂ ਫਿਰ ਉਹ ਨੈਚੁਰਲ ਸਕਸੈਸ਼ਨ ਹੋ ਜਾਂਦਾ ਸੀਗਾ। ਤੇ ਇੰਤਕਾਲ ਦਰਜ ਹੋ ਗਿਆ ਅਨਰਜਿਸਟਰਡ ਵਿਲ ਦੇ ਬੇਸਿਸ ਤੇ, ਖਾਨਗੀ ਵਸੀਅਤ ਦੇ ਬੇਸਿਸ ਤੇ ਇੰਤਕਾਲ ਦਰਜ ਹੋਇਆ ਹੈ ਤੇ ਤੁਸੀਂ ਇੰਤਕਾਲ ਮਨਜ਼ੂਰ ਕਰਨਾ ਤੇ ਤੁਸੀਂ ਕੁਦਰਤੀ ਵਾਰਸਾਂ ਬਾਰੇ ਤੇ ਵਸੀਅਤ ਦੇ ਆਧਾਰ ਤੇ ਕਿਹੜੇ ਤੱਥਾਂ ਨੂੰ ਵਿਚਾਰੋਗੇ, ਇਸ ਵਿਸ਼ੇ ਵਿੱਚ ਰੈਵਨਿਊ ਅਦਾਲਤ ਅਤੇ ਸਿਵਲ ਅਦਾਲਤ ਦਾ ਰੋਲ ਦੱਸੋ। 15 ਨੰਬਰ ਦਾ ਕੁਐਸਚਨ ਹੈ ਜੀ, ਦੱਸੋ ਤੁਸੀਂ ਕੀ ਇੰਤਕਾਲ ਸੈਂਕਸ਼ਨ ਕਰਨ ਤੋਂ ਪਹਿਲਾਂ ਤੁਸੀਂ ਕੀ ਦੇਖਣਾ ਹੈਗਾ ਰੈਵਨਿਊ ਆਫੀਸਰ ਨੇ। ਖਾਨਗੀ ਵਸੀਅਤਾਂ ਦੇ ਇੰਤਕਾਲ ਦਰਜ ਮਨਜ਼ੂਰ ਹੋਣੇ ਨੇ ਤਹਿਸੀਲਦਾਰ ਵੱਲੋਂ, ਫੈਸਲਾ ਤਹਿਸੀਲਦਾਰ ਵੱਲੋਂ ਹੋਣੇ ਨੇ। ਨਾਇਬ ਤਹਿਸੀਲਦਾਰ ਕੋਲ ਖਾਨਗੀ ਵਸੀਅਤ ਦੇ ਇੰਤਕਾਲ ਫੈਸਲਾ ਕਰਨ ਦੀ ਪਾਵਰ ਨਹੀਂ ਹੁੰਦੀ, ਠੀਕ ਹੈ ਜੀ। ਪਰ ਇੱਥੇ ਤਾਂ ਮਾਲ ਅਧਿਕਾਰੀ ਲਿਖਿਆ ਹੈ, ਮਾਲ ਅਧਿਕਾਰੀ ਦੋਨੋਂ ਕਵਰ ਹੋ ਜਾਂਦੇ, ਚਾਹੇ ਤਹਿਸੀਲਦਾਰ ਹੈ ਚਾਹੇ ਨਾਇਬ ਤਹਿਸੀਲਦਾਰ। ਕਿੱਥੋਂ ਅਟੈਂਪਟ ਕਰੋਗੇ ਜੀ ਕੁਐਸਚਨ? ਡਿਸਟ੍ਰਿਕਟ ਦੱਸਣਗੇ ਗੁਰਦਾਸਪੁਰ, ਡਿਸਟ੍ਰਿਕਟ ਬਠਿੰਡਾ, ਅੱਠ ਪੁਆਇੰਟ 15 ਹੈ ਜੀ। 7.4 ਦਾ ਥਰਡ ਪਾਰਟ ਦੇਖੋ ਜੀ। The revenue officer should carefully compare entries in the counter file and the file and must write his order on the later. He should see that all the entries in the notation sheet as well as his orders thereon are neatly and legibly written. The order should show whether the parties interested were all the present or if anyone was absent, the way in which his evidence was obtained, or if it was not obtained, what opportunity was given to him to be present. Also, who identified the parties present, कौन identify करेगा पार्टियों को, नंबर करेगा, at the place at which, the date on which it was written, whether the transfer of the land has been taken place through a registered deed. The mutation should be decided even if the vendor, ਇਹ ਵੈਦੀ ਗੱਲ ਆ ਗਈ, ਇਹਦੇ ਵਿੱਚ ਇਹਦੇ ਵਿਰਾਸਤ ਦੀ ਗੱਲ ਵੀ ਕੀਤੀ ਹੋਈ ਹੈ। ਅਗਲਾ ਹੀ ਆ in the case of mutation of inheritance, 4 ਚ ਪੜੋ ਜੀ, 4 ਦੇ ਵਿੱਚ in the case of mutation of inheritance of Hindu lying intestate, 7.4 ਆਪਣਾ ਮਾਈਕ ਦੇਖੋ ਜੀ ਕਿਹਦਾ ਚੱਲਦਾ ਹੈ। ਹਾਂਜੀ, ਲੈਂਡ ਰਿਕਾਰਡ ਮੈਨੂਅਲ ਤਾਂ 7.4 ਦੇਖੋ ਜੀ, 7.4 ਲੈਂਡ ਰਿਕਾਰਡ ਮੈਨੂਅਲ ਚੈਪਟਰ 7 ਪੈਰਾ 7.4 7.4 ਦੇ ਵਿੱਚ 3 ਪਾਰਟ ਬਹੁਤ ਲੰਮਾ ਚੌੜਾ ਹੈਗਾ। 3 4 4 ਆਊਗਾ, 7.4 ਦਾ 4 ਆਊਗਾ ਜੀ। He must write with his own hand in the counterfoil a very brief abstract of the part of the order, giving the numbers of the fields affected and total area thus dakhilkars. ਸਰ 3 ਤੇ 4 ਦੋਨੋਂ ਆਉਣਗੇ ਜੀ। ਦੇਖੋ ਇਹ ਸਾਰੇ ਇਹਦੇ ਵਿੱਚ ਸਾਰੇ ਹੀ ਕਵਰ ਕੀਤੇ ਹੈ। whether the transfer of land has taken place through a registered deed, ਇਹਦੇ ਵਿੱਚ ਰੈਵਨਿਊ ਆਫੀਸਰ ਦੀਆਂ ਜ਼ਿੰਮੇਵਾਰੀਆਂ ਦੱਸੀਆਂ ਨੇ ਜੀ। ਰੈਵਨਿਊ ਆਫੀਸਰ ਦਾ ਇਕੱਲਾ ਇਹ ਤਾਂ ਹੈ ਨਹੀਂ, ਇਕੱਲਾ ਵਿਰਾਸਤ ਦਾ ਇੰਤਕਾਲ ਕਰਨਾ ਉਸਨੇ, ਵੈਦ ਦੇ ਇੰਤਕਾਲ ਵੀ ਕਰਨੇ ਨੇ, ਹਰ ਤਰ੍ਹਾਂ ਦੇ ਇੰਤਕਾਲ ਕਰਨੇ ਨੇ, ਠੀਕ ਹੈ। ਇਹ ਉਹਦੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ। ਕੀ ਹੋਏਗਾ, ਆਪਾਂ ਜਵਾਨੀ ਗੱਲ ਕਰ ਲਈਏ। ਸਭ ਤੋਂ ਪਹਿਲਾਂ ਤਾਂ ਉਸਨੂੰ 7.4 ਦਾ ਊੜਾ ਆੜਾ ਆਈਡੀ ਵੇਖਿਓ ਜੀ, 7.4 ਦਾ 4 ਦਾ ਊੜਾ ਆੜਾ ਆਈਡੀ ਚ ਲਿਖਿਆ ABC।
ਇਹਦੇ ਵਿੱਚ ਕੀ ਹੈਗਾ, ਜਿਹੜਾ ਬੰਦਾ ਡੈਥ ਹੋਈ ਹੈ ਉਹ ਇੰਟੈਸਟੇਟ ਡੈਥ ਹੋਈ ਹੈ। ਇੰਟੈਸਟੇਟ ਦਾ ਮਤਲਬ ਇਹ ਹੁੰਦਾ ਹੈ ਵੀ ਉਹਨੇ ਵਸੀਅਤ ਨਹੀਂ ਕੋਈ ਕਰਾਈ ਵੀ, ਬਿਨਾਂ ਵਸੀਅਤ ਤੋਂ ਡੈਥ ਹੋਈ ਹੈ, ਉਹਦੀ ਕਾਨੂੰਨੀ ਕੁਦਰਤੀ ਵਾਰਸਾਂ ਨੂੰ ਵਸੀਅਤ ਹੋਣੀ ਹੈ। ਇਹਦਾ ਇਹ ਜਿਹੜਾ ਉੜਾੜਾ ਜਿਹੜੀ ਇਹ ਤਿੰਨੇ ਪਾਰਟ ਇਸ ਦੇ ਨੇ। ਕਲਾਸ 1 ਕਲਾਸ 2 ਦੇ ਲੀਗਲ ਹੇਅਰਸ ਦੇਖਣੇ ਨੇ ਅਸੀਂ। ਜਦੋਂ ਕੋਈ ਬੰਦਾ ਮਰ ਜਾਂਦਾ ਹੈ ਤਾਂ ਕਲਾਸ 1 'ਚ ਕੋਈ ਕਿਹੜੇ ਲੀਗਲ ਹੇਅਰਸ ਹੈਗੇ ਨੇ, ਕਿਹੜੇ ਨਹੀਂ ਹੈਗੇ। ਦੈਨ ਜੇ ਕਲਾਸ 2 ਦਾ 1 ਦਾ ਕੋਈ ਵਾਰਸ ਨਹੀਂ ਹੈਗਾ ਤਾਂ ਕਲਾਸ 2 ਦੇ ਦੇਖਣੇ ਨੇ। ਫਿਰ ਕੁਐਸਚਨ ਵੀ ਸਰ ਕੀ ਕਹੀ ਸੀ? ਕੁਐਸਚਨ ਹੀ ਇੰਟੈਸਟੇਟ ਨਹੀਂ ਹੈਗਾ, ਖਾਨਗੀ ਵਸੀਅਤ ਹੈ। ਠੀਕ ਹੈ ਸਰ। ਇੰਟੈਸਟੇਟ ਹੁੰਦਾ ਹੈ ਉਹ ਜਦੋਂ ਕੋਈ ਵਸੀਅਤ ਨਾ ਕੀਤੀ ਹੋਵੇ, ਚਾਹੇ ਵਸੀਅਤ ਖਾਨਗੀ ਤੇ ਰਜਿਸਟਰ ਕੋਈ ਵੀ ਨਾ ਕੀਤੀ ਹੋਵੇ, ਉਹਨੂੰ ਅਸੀਂ ਇੰਟੈਸਟੇਟ ਸਕਸੈਸ਼ਨ ਕਹਿੰਦੇ ਹੁੰਦੇ ਹਾਂ। ਠੀਕ ਹੈ ਸਰ। ਠੀਕ ਹੈ। ਇਹ ਦੇਖੋ ਇਹ ਸਾਰਾ ਕਵਰ ਹੋਏਗਾ 4 ਦੇ ਵਿੱਚ ਹੀ ਜੀ। ਇਹਦੇ 'ਚੋਂ ਤੁਸੀਂ ਆਪਣੇ ਹਿਸਾਬ ਨਾਲ ਲਿਖ ਦੇਣਾ, ਪੈਰਾ ਹੀ ਪਾਓਗੇ ਤੇ ਤੁਸੀਂ ਲਿਖੋਗੇ। ਇਹਦੇ ਵਿੱਚ ਇੱਕ ਤਾਂ ਵਸੀਅਤ ਚੈੱਕ ਕਰੇਗੇ। ਵਸੀਅਤ ਕਿਵੇਂ ਚੈੱਕ ਹੋਏਗੀ? ਵਸੀਅਤ ਦੇ ਗਵਾਹ ਨੂੰ, ਲਿਖਣ ਵਾਲਾ ਕੌਣ ਸੀਗਾ, ਉਹਦੇ ਗਵਾਹ ਕਿਹੜੇ ਹੈਗੇ ਨੇ। ਠੀਕ ਹੈ। ਉਹ ਤੋਂ ਅਸੀਂ ਜਿਹੜੇ ਗਵਾਹ ਨੇ ਉਹਨਾਂ ਨੂੰ ਕੌਣ ਆਇਡੈਂਟੀਫਾਈ ਕਰ ਰਿਹਾ ਹੈ, ਉਹਨੂੰ ਨੰਬਰਦਾਰ ਆਇਡੈਂਟੀਫਾਈ ਕਰੇਗਾ। ਤੇ ਫਿਰ ਜਿਹੜੇ ਵਿਅਕਤੀ ਛੱਡੇ ਗਏ ਨੇ, ਇਹਦੇ ਵਿੱਚ ਵਾਰਸਾਂ ਦੀ ਗੱਲ ਕੀਤੀ ਗਈ ਹੈ। ਜਿਹੜੇ ਵਿਅਕਤੀ ਛੱਡੇ ਗਏ ਨੇ ਉਹਨਾਂ ਨੂੰ ਸੁਣਿਆ ਜਾਏਗਾ ਵੀ ਉਹਨਾਂ ਕੋਲੇ ਕੋਈ ਹੋਰ ਵਸੀਅਤ ਤਾਂ ਨਹੀਂ ਹੈਗੀ। ਇਹ ਰੋਲ ਹੋਏਗਾ ਰੈਵਨਿਊ ਆਫੀਸਰ ਦਾ ਸਾਰਾ। ਜੇ ਕਿਸੇ ਨੂੰ ਪਾਰਟੀਆਂ ਨੂੰ, ਜਿਹੜੇ ਬੰਦੇ ਛੱਡੇ ਗਏ ਨੇ, ਜੇ ਉਹਨਾਂ ਨੂੰ ਕੋਈ ਮੈਸੇਜ ਨਹੀਂ ਮਿਲਿਆ ਤਾਂ ਉਹਨਾਂ ਨੂੰ ਜਿਹੜਾ ਹੈਗਾ ਸੁਣਨਾ ਜ਼ਰੂਰੀ ਹੈ। ਘੱਟੋ ਘੱਟ ਜੇ ਉਹਨਾਂ ਨੂੰ ਤਲਾਹ ਮਿਲੀ ਹੋਈ ਹੈਗੀ ਤਦ ਹੀ ਤੁਸੀਂ ਫੈਸਲਾ ਕਰੋਗੇ। ਜੇ ਉਹਨਾਂ ਨੂੰ ਤਲਾਹ ਹੀ ਨਹੀਂ ਮਿਲੀ ਤਾਂ ਉਹਨਾਂ ਨੂੰ ਫਿਰ ਮੌਕਾ ਦਿੱਤਾ ਜਾਏਗਾ ਤੁਹਾਡੇ ਵੱਲੋਂ। ਮੇ ਵੀ ਕੋਈ ਜ਼ਰੂਰੀ ਥੋੜਾ ਵੀ ਇੱਕੋ ਵਸੀਅਤ ਖਾਨਗੀ ਵਸੀਅਤ ਲਿਖ ਕੇ ਆਲੇ ਨੇ ਪੇਸ਼ ਕਰਤੀ ਹੋਵੇ, ਕਿਸੇ ਹੋਰ ਪਾਰਟੀ ਕੋਲ ਵੀ ਵਸੀਅਤ ਹੋਵੇ। ਇੰਤਕਾਲ ਮਨਜ਼ੂਰ ਕਰਨ ਤੋਂ ਪਹਿਲਾਂ ਤੁਸੀਂ ਕੁਦਰਤੀ ਵਾਰਸ ਜਿਹੜੇ ਲੀਗਲ ਹੇਅਰਸ ਹੈਗੇ ਨੇ, ਠੀਕ ਹੈ, ਉਹਨਾਂ ਨੂੰ ਸਾਰਿਆਂ ਨੂੰ ਸੁਣਿਆ ਜਾਏਗਾ। ਕਿਸੇ ਕੋਲੇ ਹੋਰ ਕੋਈ ਵਸੀਅਤ ਤਾਂ ਨਹੀਂ ਕੋਈ ਹੈਗੀ ਜਿਨ੍ਹਾਂ ਦੇ ਹੱਕ ਦੇ ਵਿੱਚ ਹੋਈ ਵੀ ਹੈ। ਦੇਖੋ ਉਹ ਤਾਂ ਹਾਜ਼ਰ ਆਣਗੇ ਤੇ ਜਿਨ੍ਹਾਂ ਦੇ ਹੱਕ ਦੇ ਵਿੱਚ ਵਸੀਅਤ ਨਹੀਂ ਹੈਗੀ ਜਿੰਦਾ ਵਾਰਸ ਹੈ। ਹੈ ਜੀ। ਹਾਂ, ਕੈਟਾਗਰੀ ਟੇਬਲ ਦੇ ਮੁਤਾਬਕ ਜਿੰਨੇ ਜਿੰਦਾ ਵਾਰਸ ਹੈ ਉਹਨਾਂ ਨੂੰ ਸਾਰਿਆਂ ਨੂੰ ਸੁਣਿਆ ਜਾਏਗਾ। ਉਹਨੂੰ ਸਾਰਿਆਂ ਨੂੰ ਮੌਕਾ ਦਿੱਤਾ ਜਾਏਗਾ ਸੁਣਨ ਦਾ, ਵੀ ਕਿਸੇ ਕੋਲੇ ਕੋਈ ਹੋਰ ਕੋਈ ਇਹਦੇ ਸੰਬੰਧ ਵਿੱਚ ਕੁਝ ਕਹਿਣਾ ਚਾਹੁੰਦਾ ਹੋਵੇ। ਜੇ ਕੋਈ ਕੰਟੈਸਟ ਕਰਦਾ ਫਿਰ ਤੁਸੀਂ ਵਸੀਅਤ ਨੂੰ, ਫਿਰ ਤੁਸੀਂ ਇੰਤਕਾਲ ਨੂੰ ਕੰਟੈਸਟ ਕਰ ਦੋਗੇ। ਕੰਟੈਸਟ ਕਰਕੇ ਰੈਵਨਿਊ ਅੱਗੇ ਐਸਡੀਓ ਕੋਲ ਭੇਜ ਦੋਗੇ, ਨਹੀਂ ਤਾਂ ਫਿਰ ਤੁਸੀਂ ਇੰਤਕਾਲ ਨੂੰ ਮਨਜ਼ੂਰ ਕਰ ਦੋਗੇ। ਇਹਦੇ ਲਈ ਫਿਰ ਤੁਸੀਂ ਜਿਹੜਾ ਨੰਬਰਦਾਰ ਹੈਗਾ, ਨੰਬਰਦਾਰ ਜਾਂ ਕੋਈ ਜੇ ਕੋਈ ਸ਼ਹਿਰੀ ਹੈਗਾ ਤਾਂ ਉੱਥੇ ਜਿਹੜਾ ਆਪਣਾ MC ਹੈਗਾ ਤਾਂ ਉਹਦੀ ਜ਼ਰੂਰ ਉਹਦੀ ਆਇਡੈਂਟੀਫਿਕੇਸ਼ਨ ਦੇ ਬੇਸਿਸ ਤੇ ਉਹਨਾਂ ਨੂੰ ਤੁਸੀਂ ਦੇਖੋਗੇ ਜਿਹੜੇ ਵਾਰਸ ਹੈਗੇ ਆ। ਜੇ ਬਾਕੀ ਸਾਰੀ ਫਾਰਮੈਲਿਟੀ ਪੂਰੀ ਹੋ ਗਈ ਤਾਂ ਜਿਹੜਾ ਕੋਈ ਵਾਰਸ ਨਹੀਂ ਆਉਂਦਾ, ਐਗਰੀ ਨਹੀਂ ਹੁੰਦਾ, ਫਿਰ ਇਸ ਇੰਤਕਾਲ ਦਾ ਕੀ ਹੋਏਗਾ? ਵਾਰਸ ਨਹੀਂ ਆਉਂਦਾ ਪਰ ਤੁਹਾਡੇ ਕੋਲੇ ਇਹ ਸੈਟੀਸਫੈਕਸ਼ਨ ਹੋਣੀ ਚਾਹੀਦੀ ਹੈ ਵੀ ਤੁਸੀਂ, ਤੁਹਾਡੇ ਵੱਲੋਂ ਸਮਨਿੰਗ ਹੋਣੀ ਚਾਹੀਦੀ ਹੈ। ਠੀਕ ਹੈ ਸਰ। ਹਾਂ, ਜੇ ਤੁਹਾਡੇ ਕੋਲ ਸਮਨਿੰਗ ਨਹੀਂ ਹੋਈ ਤਾਂ ਫਿਰ ਤੁਸੀਂ ਇੰਤਕਾਲ ਨੂੰ ਸੈਂਕਸ਼ਨ ਨਹੀਂ ਕਰੋਗੇ ਉਨੀ ਦੇਰ ਤੱਕ ਜਦੋਂ ਤੱਕ ਤੁਸੀਂ ਉਸ ਨੂੰ ਇਤਲਾਹ ਨਹੀਂ ਭੇਜੋਗੇ। ਜੇ ਇਤਲਾਹ ਉਹਦੀ ਹੋ ਗਈ ਇੱਕ ਵਾਰੀ ਸਮਨਿੰਗ ਦੇ ਨਾਲ, ਠੀਕ ਹੈ, ਇਤਲਾਹ ਹੋਣ ਤੋਂ ਬਾਅਦ ਬੰਦਾ ਵਿਅਕਤੀ ਨਹੀਂ ਆਉਂਦਾ ਤਾਂ ਤੁਸੀਂ ਆਪਦੇ ਆਰਡਰ ਸਪੈਸੀਫਿਕ ਆਰਡਰ ਕਰੋਗੇ ਵੀ ਉਹਨੂੰ ਸਮਨ ਭੇਜਿਆ ਗਿਆ ਸੀ ਪਰ ਉਸਨੇ ਸਮਨ ਲੈਣ ਤੋਂ ਥੋੜੇ ਰਿਪੋਰਟ ਤੇ ਕੀ ਆਇਆ ਹੈਗਾ, ਜੋ ਵੀ ਆਇਆ ਹੈਗਾ ਉਹ ਤੁਸੀਂ ਉਹ ਲਿਖੋਗੇ, ਪਰ ਇਹ ਵੀ ਸਮਨਿੰਗ ਹੋਣੀ ਜ਼ਰੂਰੀ ਹੈ। ਐਕਚੁਅਲੀ ਸਰ ਅੱਜ ਪ੍ਰੈਕਟੀਕਲੀ ਤਹਿਸੀਲਦਾਰ ਕੀ ਕਰਦੇ ਨੇ, ਤਹਿਸੀਲਦਾਰ ਸਾਹਿਬ ਇਹ ਕਰਦੇ ਨੇ ਵੀ ਜਿਹੜਾ ਕੋਈ ਵਾਰਸ ਨਹੀਂ ਆਉਂਦਾ ਜਿਸ ਕੇਸ ਉਹਨਾਂ ਕੋਲ ਖਾਨਗੀ ਵਸੀਅਤ ਪੇਸ਼ ਹੋਈ ਹੈ, ਹਾਂ, ਤਾਂ ਉਹ ਇੰਤਕਾਲ ਨੂੰ ਐਸਡੀਐਮ ਨੂੰ ਰੈਫਰ ਕਰ ਦਿੰਦੇ। ਦੇਖੋ ਅਗਲਾ ਕਲੇਮ ਜੇ ਸਮਨਿੰਗ ਹੋਵੇ ਤਾਂ ਤੁਸੀਂ ਮਨਜ਼ੂਰ ਵੀ ਕਰ ਸਕਦੇ ਹੋ। ਜੇ ਕੋਈ ਵਾਰਸ ਨਹੀਂ ਆਉਂਦਾ, ਜੇ ਸਮਨਿੰਗ ਹੋਈ ਹੋਣੀ ਚਾਹੀਦੀ ਤੁਹਾਡੀ, ਜੇ ਨਹੀਂ ਆਉਂਦਾ ਤਾਂ ਤੁਸੀਂ ਐਕਸ ਪਾਰਟੀ ਫੈਸਲਾ ਕਰ ਸਕਦੇ ਹੋ। ਕੋਈ ਜ਼ਰੂਰੀ ਥੋੜਾ ਵੀ ਅਸੀਂ ਐਸਡੀਐਮ ਕੋਲ ਭੇਜਣਾ ਹੈ। ਜੇ ਆਪਣੇ ਬੰਦੇ ਤੇ ਡਿਸਾਈਡ ਕਰਨ, ਮਨਜ਼ੂਰ ਕਰਨ ਚਾਹੇ ਨਾ ਮਨਜ਼ੂਰ ਕਰਨ ਹੈ ਜੀ, ਜਾਂ ਪਾਵਰਾਂ ਨੇ, ਜਦ ਉਹਨਾਂ ਨੂੰ ਪਾਵਰਾਂ ਨੇ ਜੀ। ਹਾਂ, ਠੀਕ ਹੈ। ਕੋਈ ਜ਼ਰੂਰੀ ਨਹੀਂ ਹੁੰਦਾ ਜੇ ਕੋਈ ਬੰਦਾ ਨਹੀਂ ਆਉਂਦਾ ਤਾਂ ਤੁਸੀਂ ਐਕਸ ਪਾਰਟੀ ਫੈਸਲਾ ਕਰ ਸਕਦੇ ਹੋ। ਯੂ ਹੈਵ ਟੂ ਡਿਸਾਈਡ, ਯੂ ਆਰ ਰੈਵਨਿਊ ਆਫੀਸਰ। ਇਹ ਨਹੀਂ ਹੈਗਾ ਵੀ ਜੇ ਬੰਦਾ ਨਹੀਂ ਆਇਆ ਤਾਂ ਤੁਸੀਂ ਤੁਹਾਡੀਆਂ ਪਾਵਰਾਂ ਸਾਰੀਆਂ ਖਤਮ ਹੋ ਗਈਆਂ। ਕਲੈਕਟਰ ਜਿਹੜਾ ਹੈ, ਕਲੈਕਟਰ ਦਰਜਾ 2 ਜਾਂ ਦਰਜਾ 1? ਖਾਨਗੀ ਵਸੀਅਤਾਂ 'ਚ ਅਸਿਸਟੈਂਟ ਕਲੈਕਟਰ ਫਸਟ ਗ੍ਰੇਡ ਕੋਲੇ ਪਾਵਰਾਂ ਹੁੰਦੀਆਂ ਨੇ ਜੀ ਇੰਤਕਾਲ ਮਨਜ਼ੂਰ ਫੈਸਲਾ ਕਰਨ ਦੀਆਂ। ਪਹਿਲਾਂ ਸਰ ਚੱਲ ਜਾਂਦੇ ਸੀ ਐਸਡੀਐਮ ਸਾਹਿਬ ਕੋਲ, ਹੁਣ ਤਾਂ ਤਹਿਸੀਲਦਾਰ ਸਾਹਿਬ ਕਰ ਦਿੰਦੇ ਆ, ਕੋਈ ਪ੍ਰੋਬਲਮ ਨਹੀਂ ਉਹਦੇ ਵਿੱਚ। ਜੇ ਜਦ ਤਾਈਂ ਕੰਟੈਸਟਡ ਨਹੀਂ ਹੁੰਦਾ ਉਦੋਂ ਤਾਈਂ ਭੇਜਣਾ ਨਹੀਂ ਹੈ। ਹਾਂ, ਸਮਨਿੰਗ ਕਰੋ ਜੀ, ਉਸਨੂੰ ਰੱਖੋ ਇੰਤਕਾਲ ਨੂੰ। ਠੀਕ ਹੈ, ਨੈਕਸਟ ਚੱਲਦੇ ਹਾਂ ਜੀ ਅੱਗੇ। ਇਹਦੇ ਨਾਲ ਇੱਕ ਥੱਲੇ ਆਪਾਂ ਪੜ੍ਹਿਆ ਸੀਗਾ, ਇਸ ਵਿਸ਼ੇ ਵਿੱਚ ਰੈਵਨਿਊ ਅਦਾਲਤ ਅਤੇ ਸਿਵਲ ਅਦਾਲਤ ਦਾ ਰੋਲ ਦੱਸੋ। ਸਰ ਇਹ ਕੀ ਲਿਖੋਗੇ? ਤੁਸੀਂ ਦੱਸਿਆ ਪਹਿਲਾਂ ਕੁਐਸਚਨ ਹੈ ਜੀ, ਇਹੀ ਹੈ ਜਿਹੜਾ ਪਹਿਲਾਂ
ਪਹਿਲਾ ਕੁਐਸਚਨ ਦੱਸਿਆ ਤੁਸੀਂ ਨੇ, ਹਾਂ ਇਹਦੇ ਵਿੱਚ ਏਸੀ ਸੈਕੰਡ ਗ੍ਰੇਡ ਕਰੂ ਫੈਸਲਾ ਜਾਂ ਫਸਟ ਗ੍ਰੇਡ ਕਰੂ? ਏਸੀ ਸੈਕੰਡ ਗ੍ਰੇਡ ਤਾਂ ਆਪਦੇ ਖਾਤੇ ਚੋਂ ਕੱਢ ਦੇਗਾ। ਦੇਖੋ ਇਹ ਪਤਾ ਕੀ ਹੈ, ਮੈਂ ਦੱਸਦਾ ਪ੍ਰੈਕਟੀਕਲੀ ਕੀ ਚੱਲ ਰਿਹਾ ਹੈ। ਪ੍ਰੈਕਟੀਕਲੀ ਜਿਹੜੇ ਇੰਤਕਾਲ ਖਾਨਗੀ ਦੇ ਹੁੰਦੇ ਨੇ, ਰੈਵਨਿਊ ਆਫੀਸਰ ਚਾਹੇ ਉਹ ਤਹਿਸੀਲਦਾਰ ਹੈ ਚਾਹੇ ਉਹ ਨਾਇਬ ਤਹਿਸੀਲਦਾਰ ਹੈ, ਉਹਦੇ ਅਕਾਊਂਟ ਦੇ ਵਿੱਚ ਆ ਜਾਣੇ ਨੇ। ਠੀਕ ਹੈ, ਫੈਸਲਾ ਕਰਦੇ ਨੇ ਤਹਿਸੀਲਦਾਰ ਤੇ ਖੜਾ ਰਹਿੰਦਾ ਉਹ ਇੰਤਕਾਲ ਬੈਲੈਂਸ ਦੇ ਵਿੱਚ ਨਾਇਬ ਤਹਿਸੀਲਦਾਰ ਦੇ ਅਕਾਊਂਟ ਦੇ ਵਿੱਚ। ਇਹ ਪਿੱਛੇ ਸਾਡੀ ਮੀਟਿੰਗ ਡਾਇਰੈਕਟਰ ਸਾਹਿਬ ਨਾਲ ਡੀਆਰ ਸਾਹਿਬ ਨਾਲ ਹੋਈ ਸੀ, ਉੱਥੇ ਮੈਂ ਇਹ ਕੁਐਸਚਨ ਪੁੱਟ ਅਪ ਕੀਤਾ ਸੀਗਾ ਵੀ ਜਿਹੜੇ ਖਾਨਗੀ ਇੰਤਕਾਲ ਜਿਹੜੇ ਹੈਗੇ ਨੇ ਉਹ ਡਾਇਰੈਕਟਲੀ ਤਹਿਸੀਲਦਾਰ ਦੇ ਅਕਾਊਂਟ ਦੇ ਵਿੱਚ ਜਾਣ, ਪੋਰਟਲ 'ਚ ਜਾਣ, ਤਾਂ ਕਿ ਤਹਿਸੀਲਦਾਰ ਦੇ ਪੋਰਟ ਜਾ ਕੇ ਜੋ ਤਹਿਸੀਲਦਾਰ ਫੈਸਲਾ ਕਰਦੇ ਨੇ ਤਾਂ ਉਹ ਜਿਹੜੇ ਇੰਤਕਾਲ ਨੇ ਉਹ ਉਹਨਾਂ ਦਾ ਡਿਸੀਜਨ ਹੋ ਸਕੇ। ਅਦਰਵਾਈਜ਼ ਕੀ ਹੋ ਰਿਹਾ ਹੈ ਐਟ ਪ੍ਰੈਜ਼ੈਂਟ, ਕੀ ਹੋ ਰਿਹਾ ਹੈ ਇਹ 'ਚ ਅਮੈਂਡਮੈਂਟ ਹੋ ਜਾਏਗੀ ਸ਼ਾਇਦ ਮੇਰੇ ਖਿਆਲ ਹੈ, ਕਿਉਂਕਿ ਜੋ ਅਸੀਂ ਡਿਟੇਲ 'ਚ ਡਿਸਕਸ ਕੀਤਾ ਸੀਗਾ ਤੇ ਇਹਦੇ 'ਚ ਅਮੈਂਡਮੈਂਟ ਹੋ ਜਾਣੀ ਹੈ। ਹੁਣ ਕੀ ਹੋ ਰਿਹਾ ਹੈ ਇਸ ਵੇਲੇ ਇੰਤਕਾਲ ਜਿਹੜੇ ਖਾਨਗੀ ਦੇ ਹੁੰਦੇ ਨੇ ਉਹ ਸਾਰੇ ਨਾਇਬ ਤਹਿਸੀਲਦਾਰ ਦੇ ਅਕਾਊਂਟ 'ਚ, ਨਾਇਬ ਤਹਿਸੀਲਦਾਰ ਦੇ ਏਰੀਏ ਦੇ ਨਾਇਬ ਤਹਿਸੀਲਦਾਰ ਦੇ ਅਕਾਊਂਟ 'ਚ ਪਏ ਰਹਿੰਦੇ ਨੇ। ਬੇਸ਼ੱਕ ਉਹ ਇੰਤਕਾਲ ਫੈਸਲਾ ਵੀ ਹੋ ਚੁੱਕੇ ਹੁੰਦੇ ਨੇ, ਪਰ ਨਾਇਬ ਤਹਿਸੀਲਦਾਰ ਨੂੰ ਨਹੀਂ ਪਤਾ ਹੁੰਦਾ ਵੀ ਫੈਸਲਾ ਹੋ ਗਿਆ ਜਾਂ ਨਾ ਹੋ ਗਿਆ। ਤਹਿਸੀਲਦਾਰ ਦੇ ਅਕਾਊਂਟ ਦੇ ਵਿੱਚ ਪੋਰਟਲ 'ਚ ਨਹੀਂ ਹੁੰਦਾ, ਇਸ ਕਰਕੇ ਤਹਿਸੀਲਦਾਰ ਉਸਨੂੰ ਕੰਪਿਊਟਰ ਤੇ ਜਾ ਕੇ ਉਸਨੂੰ ਸੈਂਕਸ਼ਨ ਨਹੀਂ ਕਰ ਪਾਉਂਦੇ। ਉਹ ਉਹੀ ਇੰਤਕਾਲ ਸੈਂਕਸ਼ਨ ਕਰ ਪਾਉਂਦੇ ਜਿਹੜੇ ਉਹਨਾਂ ਦੇ ਪੋਰਟਲ 'ਚ ਹੁੰਦੇ ਨੇ। ਪੋਰਟਲ 'ਚ ਇਹ ਤੁਹਾਡੇ ਕੋਲੇ ਪਏ ਹੁੰਦੇ ਨੇ ਨਾਇਬ ਤਹਿਸੀਲਦਾਰ, ਨਾਇਬ ਤਹਿਸੀਲਦਾਰ ਵੀ ਉਹਨੂੰ ਸੈਂਕਸ਼ਨ ਨਹੀਂ ਕਰ ਪਾਉਂਦੇ, ਕਿਉਂਕਿ ਨਾਇਬ ਤਹਿਸੀਲਦਾਰ ਨੂੰ ਨਹੀਂ ਪਤਾ ਹੁੰਦਾ ਵੀ ਇਹ ਇੰਤਕਾਲ ਸੈਂਕਸ਼ਨ ਮੈਂ ਕਰਤਾ ਜਾਂ ਨਹੀਂ ਕਰਤਾ। ਨਾਇਬ ਤਹਿਸੀਲਦਾਰ ਦੇ ਆਪਣੇ ਰਜਿਸਟਰ 'ਚ ਨਹੀਂ ਦਰਜ ਹੋਏ ਹੁੰਦੇ। ਠੀਕ ਹੈ, ਇਸ ਕਰਕੇ ਇਹਨਾਂ ਇੰਤਕਾਲਾਂ ਦੇ ਸੰਬੰਧ 'ਚ ਕਾਫੀ ਸਾਰੀ ਕਨਫਿਊਜ਼ਨ ਪਈ ਰਹਿੰਦੀ ਹੈ। ਬੇਸ਼ੱਕ ਇਹ ਇੰਤਕਾਲ ਮਨਜ਼ੂਰ ਹੋ ਚੁੱਕੇ ਹੁੰਦੇ ਆ, ਪਰ ਇਹ ਕੰਪਿਊਟਰ ਤੇ ਜਾ ਕੇ ਮਨਜ਼ੂਰ ਹੋਣ ਤੋਂ ਰਹਿ ਜਾਂਦੇ ਨੇ, ਜਿਸ ਕਰਕੇ ਪਾਰਟੀਆਂ ਨੂੰ ਵੀ ਦਿੱਕਤ ਆਉਂਦੀ ਹੈ। ਹਾਂਜੀ, ਵੀ ਜਿਹੜਾ ਤਹਿਸੀਲਦਾਰ ਸਾਹਿਬ ਵਸੀਤ ਖਾਨਗੀ ਦਾ ਇੰਤਕਾਲ ਕਰਦੇ ਆ ਉਹ ਏਸੀ ਫਸਟ ਗ੍ਰੇਡ ਦੀਆਂ ਮੈਂ ਉੱਥੇ ਆ ਰਿਹਾ, ਮੈਂ ਉਸੇ ਗੱਲ ਤੇ ਆ ਰਿਹਾ। ਇਹ ਜਿਹੜੀਆਂ ਪਾਵਰਸ ਹੈਗੀਆਂ ਨੇ, ਨਾਇਬ ਤਹਿਸੀਲਦਾਰ ਨੇ ਤਾਂ ਇੰਤਕਾਲ ਨੂੰ ਆਪਦੇ ਖਾਤੇ 'ਚੋਂ ਕੱਢ ਦੇਣਾ ਹੁੰਦਾ, ਇਹ ਲਿਖ ਕੇ ਭੇਜ ਦੇਣਾ ਹੁੰਦਾ ਵੀ ਇਹ ਜਿਹੜਾ ਮੇਰੇ ਅਧਿਕਾਰ ਖੇਤਰ ਤੋਂ ਬਾਹਰ ਹੈ, ਇਸ ਕਰਕੇ ਤਹਿਸੀਲਦਾਰ ਦੇ ਖਾਤੇ 'ਚ ਇਹਨੂੰ ਤਹਿਸੀਲਦਾਰ ਕੋਲੇ ਪੇਸ਼ ਕੀਤਾ ਜਾਵੇ। ਤਹਿਸੀਲਦਾਰ ਕੋਲੇ ਹੁੰਦੀਆਂ ਨੇ ਅਸਿਸਟੈਂਟ ਕਲੈਕਟਰ ਫਸਟ ਗ੍ਰੇਡ ਦੀਆਂ ਪਾਵਰਸ। ਠੀਕ ਹੈ, ਜਿਹੜੇ ਐਸਡੀਐਮ ਕਰਦੇ ਨੇ ਉਹ ਵਿਦ ਦਾ ਕਲੈਕਟਰ ਦੀ ਪਾਵਰ ਦੇ ਨਾਲ ਐਸਡੀਐਮ ਕੋਲੇ ਇਹ ਜਾਂਦੇ ਨੇ ਇੰਤਕਾਲ ਜਿਹੜੇ। ਠੀਕ ਹੈ ਜੀ, ਏਸੀ ਫਸਟ ਗ੍ਰੇਡ ਦੀਆਂ ਪਾਵਰਾਂ ਨਾਲ ਤਹਿਸੀਲਦਾਰ ਵੱਲੋਂ ਕੀਤਾ ਜਾਂਦਾ ਹੈ। ਨੈਕਸਟ ਚੱਲਦੇ ਹਾਂ ਜੀ। ਇਹ 'ਚ ਮੈਂ ਗੱਲ ਕਰ ਰਿਹਾ ਸੀ ਇਸ ਵਿਸ਼ੇ ਵਿੱਚ ਨਾਲ ਹੀ ਇਹਦੇ ਨਾਲ ਦਿੱਤਾ ਹੈ ਵੀ ਰੈਵਨਿਊ ਅਦਾਲਤ ਅਤੇ ਸਿਵਲ ਅਦਾਲਤ ਦਾ ਕੀ ਰੋਲ ਹੈ। ਰੈਵਨਿਊ ਅਦਾਲਤ ਤਾਂ ਉਹੀ ਆ ਗਈ ਜਿੱਥੇ ਰੈਵਨਿਊ ਜੇ ਕੋਈ ਇੰਤਕਾਲ ਦੀ ਕੋਈ ਅਪੀਲ ਕਰਨੀ ਚਾਹੁੰਦਾ ਹੈ ਇਸ ਇੰਤਕਾਲ ਦੀ, ਤਾਂ ਉਹ ਫਰਦਰ ਜਿਹੜੀ ਰੈਵਨਿਊ ਕੋਰਟ 'ਚ ਅਪੀਲ ਕਰੇਗਾ। ਪਰ ਜਿਹੜੀ ਸਿਵਲ ਅਦਾਲਤ ਹੈ, ਸਿਵਲ ਅਦਾਲਤ ਵਿੱਚ ਇਹਦੀ ਕੋਈ ਇੰਟਰਫੇਰੈਂਸ ਨਹੀਂ ਹੋਏਗੀ ਸੈਕਸ਼ਨ 158 ਦੇ ਤਹਿਤ। ਠੀਕ ਹੈ ਜੀ, ਨੈਕਸਟ ਆ ਗਿਆ ਕੁਐਸਚਨ ਨੰਬਰ 6, ਖਰਾਬੇ ਵਾਲੇ ਖੇਤਰ ਦੀ ਗਿਰਦਾਵਰੀ ਦੇ ਵੱਖ-ਵੱਖ ਇੰਦਰਾਜਾਂ ਬਾਰੇ ਸੰਖੇਪ ਵਿੱਚ ਵਰਣਨ ਕਰੋ। ਖਰਾਬੇ ਵਾਲੇ ਖੇਤਰ ਦੀ ਗਿਰਦਾਵਰੀ ਦੇ ਵੱਖ-ਵੱਖ ਇੰਦਰਾਜਾਂ ਬਾਰੇ ਸੰਖੇਪ ਵਿੱਚ ਵਰਣਨ ਕਰੋ। ਕੁਐਸਚਨ ਨੰਬਰ 10 ਦਾ ਹੈਗਾ ਜੀ। ਖਰਾਬੇ ਬਾਰੇ ਤੁਸੀਂ ਡਿਟੇਲ ਦੇ ਦੋਗੇ ਕਿ ਪਰਫਾਰਮਾ ਬਣਾ ਦੋਗੇ, ਪਰਫਾਰਮਾ 'ਚ ਤੁਸੀਂ ਦੱਸ ਦੋਗੇ 26 ਜਿਹੜਾ ਹੈਗਾ 26 ਤੋਂ 32%, 33 ਤੋਂ 50%। ਠੀਕ ਹੈ ਜੀ, ਇਹ ਗ੍ਰੀਨ ਬੁੱਕ ਜਿਹੜਾ ਪਰਫਾਰਮਾ ਬਣਿਆ ਪਿਆ ਬੇਸ਼ੱਕ ਤੁਸੀਂ ਉਹ ਬਣਾ ਕੇ ਦਿਖਾ ਦਿਓ। ਇਹ ਜਿਹੜੀ ਬੁੱਕ ਗ੍ਰੀਨ ਵਾਲੀ ਬੁੱਕ ਹੈ ਜਿਹਦਾ ਚੈਪਟਰ 30 ਹੈਗਾ। ਠੀਕ ਹੈ, ਇਹਦੇ ਵਿੱਚ ਤੁਸੀਂ ਇਹਦੇ ਮੁਤਾਬਕ ਹੀ ਆਨਸਰ ਲਿਖ ਦਿਓ, ਸਾਰਾ ਤੁਹਾਡਾ ਕਵਰ ਹੋ ਜਾਏਗਾ। ਇਹ ਜਿਹੜਾ ਪਰਫਾਰਮਾ ਹੈਗਾ ਇਹ ਬਣਾ ਕੇ ਦਿਖਾ ਦਿਓ ਵਿੱਚ ਕੀ ਇਸ ਵੇਲੇ ਕੀ ਕਿੰਨੇ ਪੈਸੇ ਕਿਹੜੇ ਹੈਡ ਜੋ ਦਿੱਤੇ ਜਾਂਦੇ ਨੇ, ਕਿੰਨਾ ਜਿਹੜਾ ਖਰਾਬਾ ਹੈਗਾ, ਕਿੰਨੇ ਪਰਸੈਂਟ ਦੇ ਵਿੱਚ ਕਿਹੜਾ ਖਰਾਬਾ ਆਉਂਦਾ ਹੈ। ਠੀਕ ਹੈ ਜੀ, ਇਹ ਜਿਹੜੀ ਬੁੱਕ ਹੈਗੀ ਹੈ ਇਹਦਾ ਜਿਹੜਾ Why it is not clear? ਠੀਕ ਹੈ ਜੀ, ਇਹਦੇ ਵਿੱਚ ਹੈਗਾ ਚੈਪਟਰ ਪੇਜ ਹੈਗਾ 198 ਦਾ ਇਦਾਂ ਤੁਸੀਂ ਬਣਾ ਕੇ ਦਿਖਾ ਦੋਗੇ ਵੀ ਜਿਹੜਾ ਖਰਾਬਾ ਹੈਗਾ 26 ਤੋਂ 32% ਹੈ ਜਿਹੜਾ। ਠੀਕ ਹੈ ਜੀ, ਤੇ 33 ਤੋਂ 75% ਹੈ, 76 ਤੋਂ 100% ਹੈ। ਸਰ ਇਹ 'ਚ ਪੈਰਾ ਜਾਂ ਰੂਲ ਨਹੀਂ ਹੈ ਜੀ, ਕਿਹੜੇ ਪੈਰੇ ਤਹਿਤ ਸਰ? ਇਹ ਲੈਂਡ ਕੋਡ ਮੈਨੂਅਲ ਦਾ ਜਿਹੜਾ ਚੈਪਟਰ 9 ਆ ਜਾਂਦਾ ਤੁਹਾਡਾ ਖਰਾਬੇ ਗਿਰਦਾਵਰੀ ਵਾਲਾ ਜੀ। ਠੀਕ ਹੈ ਸਰ, ਉਹ ਲਿਖੋਗੇ ਗਿਰਦਾਵਰੀ ਦਾ ਚੈਪਟਰ ਲੈਂਡ ਕੋਡ ਮੈਨੂਅਲ ਦਾ। ਠੀਕ ਹੈ ਜੀ, ਅੱਗੇ ਆ ਗਿਆ ਵੱਖ-ਵੱਖ ਮਾਲ ਅਧਿਕਾਰੀਆਂ ਵੱਲੋਂ ਇਸ ਤਰ੍ਹਾਂ ਦੀ ਜ਼ਮੀਨ ਦੀ ਕਿੰਨੀ ਪ੍ਰਤੀਸ਼ਤ ਚੈਕਿੰਗ ਕੀਤੀ ਜਾਂਦੀ ਹੈ।
ਦੱਸੋ ਜੀ ਕਿੰਨੇ % ਚੈਕਿੰਗ ਕੀਤੀ ਜਾਂਦੀ ਹੈ? ਇਹ ਬਹੁਤ ਕਾਨੂੰਗੋ ਹਲਕਾ ਵੱਲੋਂ ਕਿੰਨੇ % ਕੀਤੀ ਜਾਂਦੀ ਹੈ? 100%। 100% ਕੀਤੀ ਜਾਂਦੀ ਹੈ। ਰੈਵਨਿਊ ਆਫਿਸਰ ਵੱਲੋਂ ਕਿੰਨੀ ਕੀਤੀ ਜਾਂਦੀ ਹੈ ਜੀ? 25%। ਬਸ ਇੰਨਾ ਕੀ ਹੈਗਾ, ਇਹ 5 ਨੰਬਰ ਦਾ ਕੁਐਸਚਨ ਹੈ। ਠੀਕ ਹੈ ਜੀ, ਇਹ ਤੁਹਾਨੂੰ ਕੋਈ ਦਿੱਕਤ ਨਹੀਂ ਹੈ। ਤੁਸੀਂ ਚੈਪਟਰ ਨੰਬਰ ਜਿਹੜੀ ਤੁਹਾਡਾ ਲੈਂਡ ਰਿਕਾਰਡ ਮੈਨੂਅਲ ਹੈਗਾ ਉਹਦੇ ਵਿੱਚੋਂ ਲਿਖ ਲਓਗੇ, ਮਾੜਾ ਮੋਟਾ ਡਿਟੇਲ ਲਿਖ ਦੇਣਾ। ਦੈਨ ਅਗਲਾ ਆ ਗਿਆ ਜੀ ਬੀ ਪਾਰਟ, 25 ਅੰਕ ਨੇ ਤੇ ਬੀ ਪਾਰਟ ਦੇ। ਪਹਿਲਾ ਕੁਐਸਚਨ ਹੈਗਾ 25 ਅੰਕ ਨੇ, ਸਾਰੇ ਸਵਾਲ ਕਰਨੇ ਜ਼ਰੂਰੀ ਹਨ, ਹਰੇਕ ਸਵਾਲ ਦੇ 5 ਅੰਕ ਨੇ। ਇੰਤਕਾਲ ਫੀਸ ਕੀ ਹੁੰਦੀ ਹੈ, ਇਸ ਨੂੰ ਕੌਣ ਦਿੰਦਾ ਹੈ? ਇੰਤਕਾਲ ਫੀਸ ਬਾਰੇ ਦੱਸੋਗੇ ਜੀ? ਡਿਸਟ੍ਰਿਕਟ ਜਲੰਧਰ। ਡਿਸਟ੍ਰਿਕਟ ਜਲੰਧਰ ਦੱਸਣਗੇ ਜੀ। ਫਾਜ਼ਿਲਕਾ, ਕਪੂਰਥਲਾ ਜੀ। ਮੋਟੇਸ਼ਨ ਫੀਸ ਵੈਰੀ ਸਿੰਪਲ ਹੈ। ਜਿੰਨੇ ਨਾ ਕੋਈ ਮਾਲਕੀ ਕਰ ਦੇਗਾ 733 ਸਰ। ਕਪੂਰਥਲਾ ਜੀ। ਬਠਿੰਡੇ ਤੋਂ ਪ੍ਰੇਮ ਸੁਖਦਾਸ ਜੀ ਦੱਸੋ। 7.33 ਜੀ। 733। ਮੋਟੇਸ਼ਨ ਦਾ ਜਿਹੜਾ ਦੇਖੋ ਚੈਪਟਰ ਤੁਹਾਡਾ 7 ਨੰਬਰ ਹੈਗਾ, ਪਹਿਲਾ ਚੈਪਟਰ ਲੈਂਡ ਕੋਡ ਮੈਨੂਅਲ। ਹਾਂ, Mutation fees can be legally levied only from the person in whose favor the mutation entry is made. In case of rejected mutation, the revenue officer may remit the fees for any special reason to his license. ਠੀਕ ਹੈ, ਬਹੁਤ ਡਿਟੇਲ 'ਚ ਲਿਖਿਆ ਹੋਇਆ ਇਹਦੇ ਵਿੱਚ ਮੋਟੇਸ਼ਨ ਫੀਸ ਬਾਰੇ। ਠੀਕ ਹੈ ਨਾ, ਹੁਣ ਜਿਹੜੀ ਤੁਸੀਂ ਜੇ ਹੁਣ ਫੀਸ ਕਿੰਨੀ ਚੱਲ ਰਹੀ ਹੈ ਇੰਤਕਾਲ ਦੀ ਇਸ ਵੇਲੇ? 600 ਰੁਪਏ। ਇਹ ਤੁਸੀਂ ਨਾਲ ਲਿਖ ਦੋਗੇ। Nowadays the fees has been collected for 600 rupees but it has been deposited at the time of the recession। ਠੀਕ ਹੈ, ਤੁਸੀਂ ਨਾਲ ਲਿਖ ਦੋਗੇ ਕਿਉਂਕਿ ਕਰੰਟ ਤੁਹਾਡਾ ਹੈਗਾ ਸਾਰਾ, ਇਹ ਵੀ ਨਾਲ ਕੋਡ ਕਰ ਦੋਗੇ। ਇਹ ਜਿਹੜਾ ਤੁਹਾਡਾ ਇਹ ਸੈਕਸ਼ਨ ਲੈਂਡ ਰੈਵਨਿਊ ਐਕਟ ਦੇ ਵਿੱਚ ਵੀ ਸੈਕਸ਼ਨ 38 ਹੈਗਾ, ਉੱਥੇ ਵੀ ਫਾਊਂਡੇਸ਼ਨ ਫੀਸ ਬਾਰੇ ਲਿਖਿਆ ਹੋਇਆ ਹੈ। State government may fix a scale of the fees for all or any of the classes of the entries in any record or register under the chapter and for the copies। ਤੁਸੀਂ 733 ਲਿਖੇ ਦੋਨਾਂ ਨੂੰ। ਤੁਸੀਂ ਜਿਹੜਾ ਤੁਸੀਂ ਆਹੀ ਲਿਖੋਗੇ ਜੀ 733 ਵਾਲਾ ਲਿਖੋਗੇ। ਉੱਥੇ ਸਟੇਟ ਗਵਰਨਮੈਂਟ ਬਾਰੇ ਲਿਖਿਆ ਵੀ ਸਟੇਟ ਗਵਰਨਮੈਂਟ may fix a scale of the fees for the mutations classes of any entry, ਪਰ ਇਹ 733 ਜ਼ਿਆਦਾ ਰੈਲੀਵੈਂਟ ਹੈਗਾ। ਇਸ ਨੂੰ ਕੌਣ ਦਿੰਦਾ ਹੈ? ਇੱਥੇ ਇਹ 'ਚ 733 ਕਵਰ ਹੁੰਦਾ ਹੈ, ਦੋਨਾਂ 'ਚ ਕਵਰ ਹੁੰਦਾ ਸਰ। 38 ਚ ਵੀ ਹੋ ਜਾਂਦਾ ਜੀ। 38 ਚ ਵੀ ਲਿਖਿਆ ਉਹਨਾਂ ਨੇ, ਫੀਸ ਇਨ ਰਿਸਪੈਕਟ ਆਫ ਐਨੀ ਐਂਟਰੀ ਸ਼ੈਲ ਬੀ ਪੇਬਲ ਬਾਈ ਦ ਪਰਸਨ ਇਨ ਹੂਜ਼ ਫੇਵਰ ਦ ਐਂਟਰੀ ਇਜ਼ ਮੇਡ। whose favor the entry is made, ਜਿਹੜਾ ਮਰਜ਼ੀ ਲਿਖ ਦਿਓ ਜੀ। ਠੀਕ ਹੈ, ਪਰ ਨਾਲ ਇਹ ਲਿਖ ਦਿਓ ਵੀ ਇਸ ਵੇਲੇ ਕਿੰਨੀ ਫੀਸ ਹੈਗੀ, ਕੌਣ ਪੇ ਕਰਦਾ ਹੈ, ਕਿੱਥੇ ਪੇ ਹੁੰਦੀ ਹੈ, ਨਾਲ ਲਿਖ ਦਿਓ। ਜਿਹੜੇ ਰਜਿਸਟਰਡ ਵਾਕੇ ਹੁੰਦੇ ਆ, ਰਜਿਸਟਰਡ ਵਾਕੇ ਦੀ ਜਿਹੜੀ ਵਸੀਅਤ ਫੀਸ ਹੈਗੀ ਇਸ ਵੇਲੇ ਐਟ ਦਾ ਟਾਈਮ ਆਫ ਰਜਿਸਟ੍ਰੇਸ਼ਨ ਸਬ ਰਜਿਸਟਰ ਵਾਲੇ ਹੀ ਪਹਿਲਾਂ ਹੀ ਲੈ ਲਈ ਜਾਂਦੀ ਹੈ ਉੱਥੇ ਐਟ ਦਾ ਟਾਈਮ। ਸਰ ਜਿਹੜਾ 732 ਹੈ ਤਾਂ ਕਾਰਜ ਵਿਧੀ ਹੈ। 32 ਨਹੀਂ ਹੈ ਜੀ, 733 ਦੀ ਗੱਲ ਕਰਦੇ ਆਪਾਂ। ਹਾਂ, ਇੰਤਕਾਲ ਫੀਸ ਤਾਂ 733 ਹੈ ਜੀ। 32 ਨਹੀਂ ਕਿਹਾ ਆਪਾਂ, 733 ਦੀ ਗੱਲ ਕਰਦੇ। 733 ਜਾਂ ਸੈਕਸ਼ਨ 38 ਲੈਂਡ ਰੈਵਨਿਊ ਐਕਟ ਦਾ ਸੈਕਸ਼ਨ 38 ਹੈ। ਅੱਗੇ ਚੱਲਦੇ ਹਾਂ ਜੀ। ਉੱਚ ਮਾਲ ਅਦਾਲਤ ਵਿੱਚ ਅਪੀਲ ਦਾਖਲ ਕਰਨ ਦੇ ਲਈ ਟਾਈਮ ਲਿਮਿਟੇਸ਼ਨ ਕੀ ਹਨ? ਵੈਰੀ ਸਿੰਪਲ,
30 days। ਮੈਨੂੰ ਦੱਸਣਗੇ ਡਿਸਟ੍ਰਿਕਟ ਪਟਿਆਲਾ ਤੋਂ ਦੱਸੋ ਜੀ, ਡਿਸਟ੍ਰਿਕਟ ਪਟਿਆਲਾ ਤੋਂ ਕਰਨੈਲ ਜੀ ਦੱਸੋ। ਲਿਮਿਟੇਸ਼ਨ ਆਫ ਅਪੀਲ, ਉੱਚ ਅਦਾਲਤਾਂ ਵਿੱਚ ਜੇ ਅਪੀਲ ਦਾਇਰ ਕਰਨੀ ਹੈ ਤਾਂ ਉਹਦਾ ਸਮਾਂ ਕਿੰਨਾ ਹੁੰਦਾ ਹੈ? ਕਿਹੜਾ ਸੈਕਸ਼ਨ ਹੈ ਡੀਲ ਕਰੇਗਾ ਕਰਨੈਲ ਜੀ? ਵਿਨੋਦ ਦੱਸੋ ਤੁਸੀਂ, ਵਿਨੋਦ, ਰਾਜਕੁਮਾਰ। 14 ਸਰ, ਸੈਕਸ਼ਨ 14। ਵੈਰੀ ਗੁੱਡ। ਸੈਕਸ਼ਨ 14 ਦੇਖੋ, ਜਵਾਨੀ 30 days, 60 days, 90 days। 30 days, 60 days, 90 days। When the appeal has to file in the collector, in the court of collector, then it has original court ਕਿਹੜੀ ਹੁੰਦੀ ਹੈ ਜੀ? original court ਇਹਨਾਂ ਕੇਸਾਂ 'ਚ original court ਜਿਹੜੀਆਂ ਹੁੰਦੀਆਂ ਤਹਿਸੀਲਦਾਰ ਤੇ ਨੈਬ, ਅਸੀਂ ਫਸਟ ਗ੍ਰੇਡ ਤੇ ਅਸੀਂ ਸੈਕੰਡ ਗ੍ਰੇਡ ਜਿਹੜੀਆਂ ਕੋਰਟ ਅਸੀਂ ਇਹ original ਕੋਰਟਾਂ ਹੁੰਦੀਆਂ। ਇਹਨਾਂ ਦੀ ਜਿਹੜੀ ਅਪੀਲ ਹੁੰਦੀ ਹੈ ਇਹ ਫਾਈਲ ਹੁੰਦੀ ਹੈ ਕਲੈਕਟਰ ਦੇ ਜਿਹੜੀ ਅਪੀਲ ਫਾਈਲ ਹੁੰਦੀ 30 days 'ਚ ਹੁੰਦੀ ਹੈ। ਕਲੈਕਟਰ ਤੋਂ ਬਾਅਦ ਕਮਿਸ਼ਨਰ ਦੇ ਜਾਂਦੀ ਹੈ 60 days ਹੁੰਦੇ ਆ, ਤੇ ਕਮਿਸ਼ਨਰ ਤੋਂ ਬਾਅਦ ਜਾਂਦੀ ਹੈ FCR ਦੇ, ਉੱਥੇ 90 days ਹੁੰਦੇ ਆ। ਠੀਕ ਹੈ। ਜਿਹੜੀ ਨਵੀਂ ਅਮੈਂਡਮੈਂਟ ਹੋਈ ਉਹ ਵੀ ਦੇਖਾਂਗੇ ਸਰ। ਨਵੀਂ ਅਮੈਂਡ ਜੇ ਕਿਸੇ ਨੂੰ ਪਤਾ ਤਾਂ ਲਿਖ ਦਿਓ, ਨਹੀਂ ਤਾਂ ਫਿਰ ਜ਼ਰੂਰਤ ਵੀ ਨਹੀਂ ਹੈ ਨਵੀਂ ਅਮੈਂਡਮੈਂਟ। ਜੇ ਕੋਈ ਪਾਰਟੀਸ਼ਨ ਫਾਰ ਦਾ ਕੇਸ ਆਫ ਪਾਰਟੀਸ਼ਨ ਦੇ ਕੇਸਿਸ ਕੁਝ ਨਵੀਂ ਅਮੈਂਡਮੈਂਟ ਹੋਈਆਂ ਨੇ। ਸਰ ਪਾਰਟੀਸ਼ਨ ਦੇ ਕੇਸ 'ਚ 15 ਦਿਨ ਹਾਂ ਤੇ ਫਿਰ 30 ਦਿਨ ਤੇ 60 ਦਿਨ ਹੈ। ਹਾਂ ਦੇਖੋ, ਸਟੈਂਡਰਡ ਜਿਹੜਾ ਲਾਅ ਥੋੜਾ ਇਹ ਹੈਗਾ ਸੀ, ਇਹ ਨਵੀਆਂ ਅਮੈਂਡਮੈਂਟਸ ਹੈਗੀਆਂ ਨੇ। ਜੇ ਕਿਸੇ ਨੂੰ ਪਤਾ ਹੈਗਾ ਤਾਂ ਲਿਖ ਦਿਓ, ਵੈਸੇ ਮੈਂ ਨੋਟ ਕਰਾਈਆਂ ਸਾਰਿਆਂ ਨੂੰ। ਠੀਕ ਹੈ, ਉਹ ਲਿਖ ਦੋਗੇ ਜ਼ਿਆਦਾ ਬੈਟਰ ਹੁੰਦਾ, ਜ਼ਿਆਦਾ ਤੁਹਾਡੀ ਵੇਟੇਜ ਵੱਧ ਜਾਂਦੀ ਹੈ ਤੁਹਾਡੇ ਆਨਸਰ ਦੀ। 2020 ਦਾ ਨੋਟੀਫਿਕੇਸ਼ਨ ਪਾ ਦੀ ਸਰ। ਹਾਂ ਪਾ ਸਕਦੇ ਹੋ। ਠੀਕ ਹੈ, ਆਪਾਂ ਨੋਟ ਕਰਵਾਇਆ ਸੀ ਸਾਰਿਆਂ ਨੂੰ, ਤੁਸੀਂ ਨੋਟ ਕੀਤਾ ਹੈ। ਫਾਰ ਦਾ ਪਰਪਸ ਆਫ ਪਾਰਟੀਸ਼ਨ ਦੇ ਕੇਸਿਸ 'ਚ ਹੈ ਸਪੈਸ਼ਲੀ ਤੌਰ ਤੇ ਉਹ ਜਿਹਨੇ ਕੁਝ ਅਮੈਂਡਮੈਂਟਸ ਨੂੰ 15 days ਕੀਤਾ ਹੈਗਾ। ਮੇਰੇ ਖਿਆਲ ਹੈ ਜਿਹੜਾ ਸੀਗਾ ਤੁਹਾਡਾ ਕਸਮ ਆਫ ਟਾਈਟਲ। ਨੈਕਸਟ ਅਸੀਂ ਚੱਲਦੇ ਹਾਂ ਜੀ ਕਿ ਕਮਿਸ਼ਨਰ ਮਾਲ ਦੀ ਅਦਾਲਤ ਵਿੱਚ ਅਦਾਲਤੀ ਕਾਰਵਾਈ ਕਿਹੜੀ ਭਾਸ਼ਾ ਵਿੱਚ ਕੀਤੀ ਜਾ ਸਕਦੀ ਹੈ? ਕਮਿਸ਼ਨਰ ਮਾਲ ਦੀ ਅਦਾਲਤ ਵਿੱਚ ਅਦਾਲਤੀ ਕਾਰਵਾਈ ਕਿਹੜੀ ਭਾਸ਼ਾ ਵਿੱਚ ਕੀਤੀ ਜਾ ਸਕਦੀ ਹੈ? ਪੰਜਾਬੀ। ਪੰਜਾਬੀ 'ਚ ਸਰ। ਕਿੱਥੋਂ ਲਿਖੋਗੇ ਜੀ? ਲੈਂਗੁਏਜ ਚ ਹੈ ਜੀ, ਲੈਂਗੁਏਜ ਦੇ ਵਿੱਚ ਆਏਗੀ। ਹੈ ਜੀ। ਕਿਹੜਾ ਸੈਕਸ਼ਨ ਬੋਲਿਆ ਜੀ? ਲੈਂਗੁਏਜ ਆਫ ਦਾ ਕੋਰਟ। ਦੱਸੋ ਜੀ। ਲੈਂਗੁਏਜ ਆਫ ਦਾ ਕੋਰਟ ਸਰ ਰੂਲਸ ਦੇ ਵਿੱਚ ਆਉਣਾ ਜੀ। 1909 ਦਾ ਰੂਲ ਹੈ, 44 ਨੰਬਰ ਦੇਖਿਓ ਸਰ। 44 ਪੰਜਾਬ ਲੈਂਡ ਰੈਵਨਿਊ ਰੂਲ 1909। 44 ਹਾਂਜੀ ਸਰ। 44 ਦੇਖੋ ਜਰਾ ਚੈੱਕ ਕਰੋ, ਹੁੰਦਾ ਕਵਰੇਜ ਰੂਲ 44 ਰੂਲ 44 language of the revenue officers। ਇੱਥੇ ਕਿਹਾ ਗਿਆ language of the revenue officers at or below the district level shall be Punjabi in Gurmukhi script। ਮਤਲਬ ਫਿਰ ਇਸ ਤੋਂ ਉੱਪਰ ਇੰਗਲਿਸ਼ ਚਲੀ ਗਈ, ਕਿਤੇ ਹੈ ਲਿਖਿਆ ਹੋਇਆ, ਪੜ੍ਹਿਆ ਤਾਂ ਹੈਗਾ ਕਿਤੇ ਇੰਗਲਿਸ਼ 'ਚ ਹੁੰਦੀ ਹੈ, ਕਿੱਥੇ ਲਿਖਿਆ ਸੀ ਹੁਣ? ਲਿਖਿਆ ਸਰ ਹੈ ਜੀ। ਭਾਸ਼ਾ ਗੁਰਮੁਖੀ ਲਿਪੀ ਪੰਜਾਬੀ ਚ ਹੋਵੇਗੀ। ਕਿਹੜੇ ਸੈਕਸ਼ਨ 'ਚ? 44 ਸਰ। 44 ਤਾਂ ਲਿਖਤਾ ਇਹਨਾਂ ਨੇ ਵੀ ਕਲੈਕਟਰ ਤੋਂ ਥੱਲੇ ਦੀਆਂ ਜਿਹੜੀਆਂ ਪੋਸਟ ਕੋਰਟਾਂ ਹੈਗੀਆਂ ਨੇ ਉਹਨਾਂ ਦੀ ਲੈਂਗੁਏਜ ਪੰਜਾਬੀ ਹੋਏਗੀ। ਆਪਾਂ ਤੋਂ ਕੁਐਸਚਨ ਜਿਹੜਾ ਹੈਗਾ ਸਰ ਇੰਗਲਿਸ਼ 'ਚ ਸੀ ਆਪਣੇ ਫਿਰ ਉਹ ਪੁੱਛਦਾ ਨੂੰ ਕਿਹੜਾ ਰੂਲ ਆ।
ਰੂਲ ਦੇਖਦੇ ਹੋ ਕਿ ਕਿਤੇ ਸਪੈਸੀਫਿਕ ਲਿਖਿਆ ਹੋਵੇ ਕਮਿਸ਼ਨਰ ਦੀ ਕੋਰਟ ਬਾਰੇ? ਹੈ ਕਿਤੇ ਲਿਖਿਆ? ਸਰ ਡਿਸਟ੍ਰਿਕਟ ਲੈਵਲ ਤੱਕ ਤਾਂ ਪੰਜਾਬੀ ਹੈ, ਉਸ ਤੋਂ ਉੱਪਰ ਨਹੀਂ ਲਿਖਿਆ ਵੀ ਪੰਜਾਬੀ ਜੋ ਹੋਏਗੀ ਜਾਂ ਨਹੀਂ, ਕਿਤੇ ਹੈ ਤਾਂ ਗਿਆ, ਪੜ੍ਹਿਆ ਤਾਂ ਹੈਗਾ ਮੈਨੇ, ਹੁਣ ਕਿੱਥੇ ਪੜ੍ਹਿਆ, ਕਿਤੇ ਲਿਖਿਆ ਤਾਂ ਹੋਇਆ ਹੈਗਾ ਕਮਿਸ਼ਨਰ ਦੀਆਂ, ਉਹ 'ਚ ਲਿਖਿਆ ਪਿਆ ਕਿਤੇ ਕਮਿਸ਼ਨਰ ਦੀਆਂ ਜਿਹੜੀਆਂ। ਜਿਹੜੇ ਸੈਕਸ਼ਨ 16, 17, 15, 16, 17 ਹੈਗੇ ਨੇ ਰੈਵਨਿਊ ਆਫਿਸਰਸ ਦੇ ਸੰਬੰਧ ਵਿੱਚ, ਇਹਨਾਂ ਨੇ ਨਾ ਕਿਤੇ ਹੋਵੇ। ਯਾਰ ਮਾਈਕ ਬੰਦ ਕਰ ਲਓ ਮਤਲਬ ਜੀ। ਹਾਂਜੀ ਸਰ ਸਟੈਂਡਿੰਗ ਆਰਡਰ 3 ਦਾ 3 ਦੇਖਿਓ ਜੀ। ਸਟੈਂਡਿੰਗ ਆਰਡਰ 'ਚ ਸਟੈਂਡਿੰਗ ਆਰਡਰ 3 ਦਾ ਅੱਗੇ ਪਹਿਲਾ 3 ਇੱਕ ਲੈਣਗੇ ਚਲੋ ਉੱਥੇ ਵੀ ਬਹੁਤ ਬਹੁਤ ਮੇਰੇ ਨਾ 25 ਤੋਂ ਲੈ ਕੇ 28 ਤੱਕ ਕਿਸ਼ਤਾਂ ਰੱਖੀ ਜੀ। ਅਸੀਂ ਪੀਰ ਸਾਹਿਬ ਆਪਣੇ ਸਾਹਿਬ ਉਹ ਤੋਂ ਬਾਅਦ ਸਪੀਕਰ ਆਫ ਕਰ ਲਓ। ਸਪੀਕਰ ਕਿੰਨਾ ਚੱਲ ਰਿਹਾ ਜੀ? ਉਹਨਾਂ ਨੂੰ ਹੀ ਪੁੱਛ ਰਿਹਾ ਕੌਣ ਲੱਗ ਰਿਹਾ ਉਹਦੇ ਉਹਨਾਂ ਨੇ ਕਹਿੰਦੇ ਤੇ ਕੈਂਸਲ ਕੀਤੀ ਉਹਨਾਂ ਨੇ। ਇਹਨਾਂ ਵਿੱਚ ਨੰਬਰਦਾਰੀ ਉਹ ਕਹਿੰਦਾ ਕਿ ਤੁਸੀਂ ਹੋ ਜਾਓ ਲੱਗੇ ਉਹਨਾਂ ਤੁਸੀਂ ਪਹਿਲੀ ਵਾਰ ਰੱਖ ਲਓ, ਤਿੰਨ ਵਾਰ ਰੱਖ ਲਓ, ਚਾਰ ਵਾਰ ਰੱਖ ਲਓ। ਮੈਂ ਕਿਹਾ ਮੇਰੀ ਟੈਨਸ਼ਨ ਚਲੋ, ਇੱਕ ਤਾਂ ਤੁਸੀਂ 44 ਦਾ ਵੇਰਵਾ ਦਿਓਗੇ ਜੀ, ਠੀਕ ਹੈ। ਇੱਕ ਤਾਂ 44 ਦਾ ਵੇਰਵਾ ਦਿਓਗੇ ਵੀ ਜਿਹੜੀਆਂ ਨਿਚਲੇ ਕੋਟਾਂ ਜਿਹੜੀਆਂ ਹੁੰਦੀਆਂ ਉੱਥੇ ਪੰਜਾਬੀ ਜਿਹੜੀ ਹੈਗੀ ਆ ਉਹ ਜਿਹੜੀ ਯੂਜ਼ ਕੀਤੀ ਜਾਂਦੀ ਹੈ। ਤੇ ਫਿਰ ਤੁਸੀਂ ਇਹ ਸਟੈਂਡਿੰਗ ਆਰਡਰ 'ਚੋਂ ਸਟੈਂਡਿੰਗ ਆਰਡਰ ਆਉਂਦਾ ਕਿਤੇ ਸਟੈਂਡਿੰਗ ਆਰਡਰ 3 ਦੀ ਗੱਲ ਕਰਦੇ ਹੋ, ਪ੍ਰੋਸੀਜਰ ਆਫ ਦਾ ਰੈਵਨਿਊ ਕੋਡਸ, ਇਹਦੇ ਵਿੱਚ ਹੀ ਹੋ ਸਕਦਾ ਸੈਕਸ਼ਨ 3 ਦੇ ਵਿੱਚ, ਆਰਡਰ 3 ਸਟੈਂਡਿੰਗ ਆਰਡਰ 3 ਦੇ ਵਿੱਚ। Complaint rules ਸਰ 46 ਦੇਖਿਓ। ਸਟੈਂਡਿੰਗ ਆਰਡਰ 3 1887 ਜੀ, ਪੰਜਾਬ ਭੂਮੀ ਵਾਲੀ ਐਕਟ। ਕਿੰਨਾ ਜੀ?
46 ਨੰਬਰ ਜੀ ਸਰ, ਰੂਲ ਜਾਂ ਐਕਟ? ਰਿਕਾਰਡ ਦੇ ਸੰਬੰਧ ਵਿੱਚ ਨਿਯਮ ਬਣਾਉਣ ਦੀਆਂ ਸ਼ਕਤੀਆਂ ਜੀ। ਸਟੈਂਡਿੰਗ ਆਰਡਰ 3A ਦਾ 3 ਦੇਖਿਓ ਜੀ। ਪਹਿਲਾਂ ਕਿਹੜੇ ਬੋਲ ਰਹੇ, ਕੌਣ ਬੋਲ ਰਹੇ ਸੀਗੇ? ਪ੍ਰੇਮ ਸਰਦਾਸ ਬੋਲ ਰਹੇ ਸਰ, ਬਠਿੰਡੇ ਤੋਂ। ਕਿਹੜਾ ਦੱਸ ਕੇ ਰਹੇ ਤੁਸੀਂ? 46 ਜੀ। 46 ਕਾਹਦਾ ਬੁੱਕ ਦੱਸੋ ਨਾ ਕਿਹੜੀ ਹੈ? ਇਹ ਪੰਜਾਬ ਭੂਮਾਲੀ ਐਕਟ 1887 ਜੀ। Power to make rules respecting records and other matters connected therewith. Language. Prescribing the language in which records under this chapter are to be made. Forums, registers, survey and conduct inquiry. Conduct inquiry, revenue officers under this chapter, and generally for the guidance of the revenue officers and village officers. ਇਹ 'ਚ ਕਿਤੇ ਕਮਿਸ਼ਨਰ ਦੀ ਗੱਲ ਨਹੀਂ ਕੀਤੀ ਗਈ। ਠੀਕ ਹੈ ਜੀ ਸਰ। ਸਟੈਂਡਿੰਗ ਆਰਡਰ ਨੰਬਰ 3 ਦਾ ਕਿੰਨਾ ਪਾਰਟ ਕਹਿ ਰਹੇ ਸੀਗੇ ਜੀ? ਸਰ 3A ਦਾ 3। 3A ਸਟੈਂਡਿੰਗ ਨੰਬਰ 3। ਸਟੈਂਡਿੰਗ ਆਰਡਰ 3A ਅੱਗੇ 3 ਆ ਬੋਲੋ ਕੀ ਹੈ, ਪੜੋ ਜਰਾ। If the memorandum made by a revenue officer under Land Revenue Rule 40 and Tenancy Rule 7 or in his alternate English, he may have it translated. The translation of it. ਇਹ ਦੇਖੋ ਪ੍ਰੋਸੈਸ ਹੈ ਤੁਹਾਡਾ ਸਾਰਾ ਰੈਵਨਿਊ ਅਫਸਰ ਦਾ। ਇਹ ਸਟੈਂਡਿੰਗ ਆਰਡਰ ਨੰਬਰ 3 ਹੈਗਾ, ਇਹਦੇ ਵਿੱਚ ਹੀ ਹੋਣਾ ਚਾਹੀਦਾ ਹੈ। ਠੀਕ ਹੈ ਜੀ, ਸਾਰਾ ਪ੍ਰੋਸੈਸ ਰੈਵਨਿਊ ਕੋਰਟਾਂ ਨੇ ਕੀ ਅਡਾਪਟ ਕਰਨਾ ਇਹਦੇ ਵਿੱਚ ਮੈਂ ਪੜ੍ਹਿਆ ਹੋਇਆ ਹੈਗਾ, ਹੈ ਤਾਂ ਗਿਆ ਕਿਤੇ ਨਾ ਕਿਤੇ ਜ਼ਰੂਰ ਹੈਗਾ, ਪਰ ਹੁਣ ਆਪਾਂ ਨੂੰ ਪੜ੍ਹਨ 'ਤੇ ਟਾਈਮ ਲੱਗੇਗਾ। ਤੇ ਤੁਸੀਂ ਦੇਖ ਲੈਣਾ ਸਟੈਂਡਿੰਗ ਆਰਡਰ 3 ਦੇ ਵਿੱਚ ਆਏਗਾ, ਤੇ ਨਾਲ ਤੁਸੀਂ ਰੂਲ ਦਾ 44 ਦਾ ਹਵਾਲਾ ਜ਼ਰੂਰ ਦੇਣਾ ਹੈ। ਉੱਥੇ ਤੁਸੀਂ ਲਿਖਣਾ ਵੀ ਜਿਹੜੀਆਂ ਨਿਚਲੀਆਂ ਕੋਰਟਾਂ ਹੁੰਦੀਆਂ ਨੇ ਉਹਦੇ ਜਿਹੜੀ ਪੰਜਾਬੀ ਦੇਖੋ ਇਹ ਅੰਡਰਸਟੂਡ ਹੋ ਗਿਆ। ਰੂਲ 44 ਕਹਿੰਦਾ ਵੀ ਕਲੈਕਟਰ ਥੱਲੇ ਜਿਹੜੀਆਂ ਕੋਰਟਾਂ ਨੇ ਪੰਜਾਬੀ ਯੂਜ਼ ਕਰਨਗੀਆਂ। ਦੈਟ ਮੀਨਸ ਜਿਹੜੀਆਂ ਉੱਪਰਲੇ ਕੋਰਟਾਂ ਹੈਗੀਆਂ ਨੇ ਉਹ ਇੰਗਲਿਸ਼ ਯੂਜ਼ ਕਰ ਸਕਦੀਆਂ, ਪਰ ਨਾਲ ਪੰਜਾਬੀ ਦੀ ਟ੍ਰਾਂਸਲੇਸ਼ਨ ਯੂਜ਼ ਕਰ ਸਕਦੀਆਂ। ਠੀਕ ਹੈ ਜੀ, ਤੁਸੀਂ ਰੂਲ 44 ਦਾ ਹਵਾਲਾ ਵੀ ਦਿਓਗੇ ਤੇ ਨਾਲ ਹੀ ਤੁਸੀਂ ਜਿਹੜੀ ਹੈਗੀ ਸਟੈਂਡਿੰਗ ਆਰਡਰ ਨੰਬਰ 3 ਦੇ ਉੱਤੇ ਦੇਖ ਕੇ ਲਿਖ ਲਓਗੇ, ਇਹ 'ਚ ਹੈਗਾ। ਮੈਨੇ ਪੜ੍ਹਿਆ ਤਾਂ ਹੋਇਆ ਪਰ ਥੋੜਾ ਟਾਈਮ ਲੱਗੂ ਪੜ੍ਹਨ ਤੇ। ਫਾਈਨੈਂਸ਼ੀਅਲ ਕਮਿਸ਼ਨਰ 1 year। ਚਲੋ ਦੇਖ ਲੈਣਾ ਜੀ, ਕੋਈ ਗੱਲ ਨਹੀਂ। ਨੈਕਸਟ ਚੱਲਦੇ ਹਾਂ ਅਸੀਂ। 44 'ਚ ਕਾਫੀ ਤੁਹਾਡਾ ਇਹ ਮਸਲਾ ਹੱਲ ਹੋ ਜਾਂਦਾ ਹੈ। ਨੈਕਸਟ ਕੁਐਸਚਨ ਨੰਬਰ 8 ਹੈ ਜੀ, ਭੌਮਾਲੀ ਦੀ ਮਾਫੀ ਨੂੰ ਮਨਜ਼ੂਰ ਕਰਨ ਵਾਸਤੇ ਕਮਿਸ਼ਨਰ ਦੀਆਂ ਪਾਵਰਾਂ ਦਾ ਸੰਖੇਪ ਵਿੱਚ ਵਰਣਨ ਕਰੋ। ਭੌਮਾਲੀ ਦੀ ਮਾਫੀ ਨੂੰ ਮਨਜ਼ੂਰ ਕਰਨ ਵਾਸਤੇ ਕਮਿਸ਼ਨਰ ਦੀਆਂ ਪਾਵਰਾਂ ਦਾ ਸੰਖੇਪ ਵਿੱਚ ਵਰਣਨ ਕਰੋ। ਦੱਸੋ ਜੀ। ਸੈਕਸ਼ਨ 64 ਦੇਖੋ ਜੀ। ਸੈਕਸ਼ਨ 64 rule to regulate collection, remission and suspension। remission ਮਾਫੀ ਆ ਜਾਂਦੀ ਹੈ। The Financial Commissioner may make the rules consistent with the Act to regulate the collection or remission
ਕਮਿਸ਼ਨ ਦੀਆਂ ਪਾਵਰਾਂ ਦਾ ਸੰਖੇਪ ਵਿੱਚ ਵਰਣਨ ਕਰੋ। ਜਿਹੜਾ ਤੁਹਾਡਾ ਸਟੈਂਡਿੰਗ ਆਰਡਰ ਨੰਬਰ 30 ਸਟੈਂਡਿੰਗ ਆਰਡਰ ਨੰਬਰ 30 ਡੀਲ ਕਰਦਾ ਹੈ ਸਸਪੈਂਸ਼ਨ ਰਿਮਿਸ਼ਨ ਐਂਡ ਆਫ ਦਾ ਲੈਂਡ ਰੈਵਨਿਊ। ਇਹ ਵੀ ਲੈਂਡ ਰੈਵਨਿਊ ਦੀ ਗੱਲ ਕੀਤੀ ਗਈ ਹੈ ਪੌਮਾਲੇ ਦੀ ਮਾਫੀ ਨੂੰ ਮਨਜ਼ੂਰ ਕਰਨ ਵਾਸਤੇ। ਸਟੈਂਡਿੰਗ ਆਰਡਰ 30 power to sanction remission. Collector may sanction immediate remission of the land revenue due to the local 1000 रुपये तक। कमिश्नर में सैंक्शन इमीडिएट। ये थोड़ा ਜਿਹੜਾ ਰੂਲ ਨੰਬਰ 30 ਸਟੈਂਡਿੰਗ ਆਰਡਰ ਨੰਬਰ 30 ਦੇ ਵਿੱਚ ਰੂਲ ਨੰਬਰ 4 ਇਹ ਚ ਕਵਰ ਹੋ ਜਾਏਗਾ ਜੀ ਸਾਰਾ ਤੁਹਾਡਾ ਸਟੈਂਡ ਕਮਿਸ਼ਨਰ ਬਾਰੇ। Commission may sanction immediate remission of the land revenue due to any calamities in the harvest for which the land revenue is due up to the limit of 5000 रुपये per district। ठीक है जी। स्टैंडिंग ऑर्डर नंबर 30 रूल 4 ਦਾ ਅੱਗੇ ਬੀ ਪਾਰਟ ਹੈ। ਬੀ ਵੀ ਹੈ, ਸੀ ਵੀ ਹੈ, ਡੀ ਵੀ ਹੈ, ਇਹ ਸਾਰੇ ਹੀ ਹੈ ਜੀ ਪੂਰੇ। ਠੀਕ ਹੈ ਜੀ, ਨੋਟ ਕਰ ਲਓ ਜੀ। जो एफसीआर का भी कर सकते हैं सर। लिमिट नहीं जी, एफसीआर किस हद तक कर सकता है, कमिश्नर किस हद तक कर सकता है, ये लिमिट तीन है। ਇਹਦੇ ਵਿੱਚ ਸਟੈਂਡਿੰਗ ਆਰਡਰ 30 ਦੇ ਵਿੱਚ ਰੂਲ 4 ਹੈ। ਐਫਸੀਆਰ ਨੂੰ ਕੋਈ ਲਿਮਿਟ ਨਹੀਂ ਹੈ, ਐਫ ਪਾਰਟ ਦੇ ਲਓ, ਕੋਈ ਲਿਮਿਟ ਨਹੀਂ, ਹਾਂਜੀ। ਜਿੰਨੀ ਮਰਜ਼ੀ ਕਰ ਸਕਦੇ ਕਮਿਸ਼ਨ। ਅੱਗੇ ਚੱਲਦੇ ਹਾਂ ਜੀ। ਅਗਲਾ ਕੁਐਸਚਨ ਹੈ 9 ਨੰਬਰ। ਕੀ ਇੱਕ ਤੋਂ ਵੱਧ ਵਿੱਤ ਕਮਿਸ਼ਨਰ ਹੋ ਸਕਦੇ ਹਨ? ਉਹਨਾਂ ਵਿੱਚ ਕੰਮ ਦੀ ਵੰਡ ਕਿਸ ਤਰ੍ਹਾਂ ਹੋਵੇਗੀ? ਕੀ ਇਹ ਸੰਭਵ ਹੋਵੇਗਾ ਕਿ ਇੱਕ ਦੂਜੇ ਤੋਂ ਕੇਸ ਟ੍ਰਾਂਸਫਰ ਹੋ ਸਕੇ? ਸੈਕਸ਼ਨ 7 ਦੇਖੋ ਜੀ, ਲੈਂਡ ਰੈਵਨਿਊ ਐਕਟ। ਸੈਕਸ਼ਨ 7 ਫਾਈਨੈਂਸ਼ੀਅਲ ਕਮਿਸ਼ਨ ਬਾਰੇ ਹੈ ਜੀ ਸਾਰਾ। ਠੀਕ ਹੈ, ਇਹ 'ਚ ਕੰਮ ਦੀ ਵੰਡ ਬਾਰੇ ਵੀ ਦੱਸਿਆ ਗਿਆ ਤੇ ਜ਼ਿਆਦਾ ਵੀ ਹੋ ਸਕਦੇ ਨੇ। ਦੇयर ਸ਼ੈਲ ਬੀ one or more financial commissioners who shall be appointed by the state government। ਅੱਗੇ ਇਹਨਾਂ ਦੀ ਕੰਮ ਦੀ ਵੰਡ ਦੱਸੀ ਗਈ ਹੈ ਕਿਵੇਂ ਕਿਵੇਂ ਹੋਣੀ ਹੈ। ਇਹ ਕੁਐਸਚਨ ਨੰਬਰ ਹੈਗਾ ਤੁਹਾਡਾ ਕਿੰਨੇ ਨੰਬਰ ਦਾ ਹੈ? ਇਹ ਕੁਐਸਚਨ ਤੁਹਾਡਾ ਪੂਰਾ ਹੈਗਾ ਜੀ 15 ਨੰਬਰ ਦਾ। ਪੂਰਾ ਸੈਕਸ਼ਨ ਤੁਸੀਂ ਲਿਖ ਲਓਗੇ, ਸੈਕਸ਼ਨ 7। ਠੀਕ ਹੈ ਜੀ, ਅੱਗੇ ਚੱਲਦੇ ਹਾਂ। ਇਹ ਸਾਰਾ ਕਵਰ ਹੋ ਜਾਏਗਾ ਜੀ ਇਹਦੇ ਵਿੱਚ, ਸੈਕਸ਼ਨ 7 ਦੇ ਵਿੱਚ। ਨੈਕਸਟ ਹੈ ਕੁਐਸਚਨ ਅਗਲਾ, ਕੀ ਹੇਠਾਂ ਦਰਸਾਈ ਕੀਮਤ ਖਰਚਾ ਮਾਲ ਅਦਾਲਤਾਂ ਵਿੱਚ ਕਾਰਵਾਈ ਦੌਰਾਨ ਲਗਾਇਆ ਜਾ ਸਕਦਾ ਹੈ? ਕਾਨੂੰਨੀ ਪ੍ਰੈਕਟੀਸ਼ਨਰ ਦੇ ਸੰਬੰਧ ਵਿੱਚ, ਗਵਾਹ ਦੀ ਗਵਾਹੀ ਦੇ ਸੰਬੰਧ ਵਿੱਚ ਕਾਸਟ ਪਾਈ ਜਾ ਸਕਦੀ ਹੈ। ਕਹਿੰਦੇ ਕਿ ਹੇਠਾਂ ਦਰਸਾਈਆਂ ਕੀਮਤ ਖਰਚਾ ਮਾਲ ਅਦਾਲਤਾਂ ਵਿੱਚ ਕਾਰਵਾਈ ਦੌਰਾਨ ਪਾਇਆ ਜਾ ਸਕਦਾ ਹੈ। ਕਾਨੂੰਨੀ ਪ੍ਰੈਕਟੀਸ਼ਨਰ ਕਾਸਟ ਰੈਵਨਿਊ ਕੋਰਟਾਂ ਕਿੱਥੇ ਕਿੱਥੇ ਪਾ ਸਕਦੀਆਂ ਨੇ? ਕਾਸਟ ਰੈਵਨਿਊ ਕੋਰਟਾਂ ਵੱਲੋਂ ਇਹ ਆਮ ਤੌਰ ਤੇ ਤੁਸੀਂ ਦੇਖੋਗੇ ਜਿਹੜੀ ਕਾਸਟ ਦਾ ਆਉਂਦਾ ਹੈ, ਜਿਹੜਾ ਆਪਣੀ ਕੋਈ ਵੀ ਜੱਜਮੈਂਟ ਹੁੰਦੀ ਹੈ, ਡਿਗਰੀ ਹੁੰਦੀ ਹੈ, ਕਾਸਟ ਸਭ ਤੋਂ ਐਂਡ 'ਚ ਪਾਈ ਜਾਂਦੀ ਹੈ। ਇਸੇ ਤਰੀਕੇ ਜਿਹੜੀ ਕਾਸਟ ਦੀ ਗੱਲ ਕੀਤੀ ਜਾਂਦੀ ਹੈ, ਜਿੰਨੀਆਂ ਆਪਣੀਆਂ ਬੁੱਕਸ ਹੁੰਦੀਆਂ ਨੇ, ਬੁੱਕਸ ਦੇ ਵਿੱਚ ਵੀ ਲਾਸਟ ਵਿੱਚ ਹੀ ਆਮ ਤੌਰ ਤੇ ਪਹਿਲੇ ਦਿੱਤੇ ਜਾਂਦੇ ਹਨ। ਕਾਸਟ ਦੇ ਸੰਬੰਧ ਵਿੱਚ ਕੋਈ ਸੈਕਸ਼ਨ ਜਿਹੜੇ ਬਣਾਏ ਜਾਂਦੇ ਆ ਲਾਸਟ ਵਿੱਚ ਹੀ ਹੁੰਦੇ ਆ ਬੁੱਕਸ ਦੇ। ਸੈਕਸ਼ਨ 152 ਨੋਟ ਕਰ ਲਓ ਜੀ। ਸੈਕਸ਼ਨ 152
revenue officer may give and apportion the cost of any proceedings under this act in any manner as he thinks fit, but if order that the cost of any such proceeding shall not follow the event, he shall record his reasons. Commutation of the period. ਸੋ 52 ਦੀ ਕਵਰ ਹੁੰਦਾ ਜੀ ਤੁਹਾਡਾ ਕੁਐਸਚਨ। ਹਾਂਜੀ ਦੱਸੋ। ਜਿਹੜੀ ਵਕੀਲ ਹੈ ਕੋਈ ਕਾਨੂੰਨੀ ਪ੍ਰੈਕਟੀਸ਼ਨਰ ਦੀ ਜਿਹੜੀ ਕਾਸਟ ਹੈ ਪਾਈ ਜਾ ਸਕਦੀ ਕਿਸੇ ਪਾਰਟੀ ਨੂੰ। ਗਵਾਹ ਦੀ ਗਵਾਹੀ ਤਾਂ ਦੇਖੋ ਖਰਚਾ ਭਰਵਾਨੇ ਹੈਗੇ ਆ, ਸਿਵਲ ਕੋਰਟਾਂ ਹੀ ਭਰਵਾਉਂਦੀਆਂ ਨੇ। ਇਹ ਜਿਹੜੇ ਰੂਲ ਨੇ ਇਹ ਸਾਰੇ CPC ਵਾਲੇ ਲਾਗੂ ਹੁੰਦੇ ਆ ਸਾਡੇ ਤੇ। CPC ਵਾਲੇ ਰੂਲ ਹੀ ਸਾਡੇ ਤੇ ਲਾਗੂ ਹੁੰਦੇ ਆ ਉਹੀ ਕਾਸਟ ਦੇ ਸੰਬੰਧ ਵਿੱਚ। ਇੱਥੇ ਕੀ ਗੱਲ ਕਰਤੀ ਇਸਨੇ ਸੈਕਸ਼ਨ 152 ਦੇ ਵਿੱਚ ਵੀ ਜਿਵੇਂ ਰੈਵਨਿਊ ਕੋਡ ਸਮਝੇ ਠੀਕ ਸਮਝੇ ਉਹ ਕਰ ਸਕਦੀ ਹੈ। cost ਬਾਰੇ revenue officer may give and apportion the cost of any proceedings under this act in any manner as he thinks fit, but if he orders that the cost of any such proceeding shall not follow the event, he shall record his reasons for the ਜੇ ਕਿਤੇ cost ਨਹੀਂ ਪਾਈ ਜਾਂਦੀ ਕੋਰਟ ਵੱਲੋਂ ਤਾਂ ਕੋਰਟ ਦੱਸੇਗੀ ਮੈਂ cost ਕਿਉਂ ਨਹੀਂ ਪਾ ਰਹੇ। ਅਦਰਵਾਈਜ਼ ਜਿਹੜੀ ਵੀ cost ਪਾਈ ਜਾ ਸਕਦੀ ਹੈ ਚਾਹੇ ਉਸ 50-50 ਕੀਤੀ ਜਾ ਸਕਦੀ ਹੈ ਚਾਹੇ ਉਹ ਇਕੱਲੇ ਪਾਰਟ ਨੂੰ ਪਾਈ ਜਾ ਸਕਦੀ ਹੈ। ਸਾਡਾ ਜਿਹੜਾ ਕੁਐਸਚਨ ਹੈਗਾ ਵੀ ਕੀ ਵਕੀਲ ਦੀ ਜਿਹੜੀ ਕਾਸਟ ਹੈ ਪ੍ਰੈਕਟੀਸ਼ਨਰ ਦੀ ਉਹ ਕਾਸਟ ਪਾਈ ਜਾ ਸਕਦੀ ਹੈ ਜਾਂ ਗਵਾਹ ਦੀ ਗਵਾਹੀ ਦੀ ਕਾਸਟ ਪਾਈ ਜਾ ਸਕਦੀ ਹੈ। ਦੱਸੋ ਜੀ। ਡਿਸਟ੍ਰਿਕਟ ਰੋਪੜ ਤੋਂ ਸੋਰੀ ਮੋਹਾਲੀ, ਸੰਗਰੂਰ, 38 ਨੰਬਰ ਤੇ ਹੈ ਜੀ। ਕਿੰਨੇ ਨੰਬਰ ਤੇ ਹੈ? 38 ਨੰਬਰ ਤੇ 38 ਨੰਬਰ ਕਾਹਦਾ? ਉਹ ਮਾਰੀਆ ਸੀ ਸੈਕਸ਼ਨ 38 ਐਕਟ ਦੇ ਤਾਂ 38 ਰੂਲਸ ਆ ਸਰ। ਰੂਲਸ ਤੇ ਹੈਗਾ ਐਕਸਪੈਂਸਸ ਆਫ ਦਾ ਵਿਟਨੈਸ 38 ਪੰਜਾਬ ਐਂਡ ਰੈਵਨਿਊ ਰੂਲਸ। ਪੰਜਾਬ ਲੈਂਡ ਰੈਵਨਿਊ ਰੂਲਸ ਸੈਕਸ਼ਨ 38 ਐਕਸਪੈਂਸਸ ਆਫ ਦਾ ਵਿਟਨੈਸਸ। ਦੇਖੋ ਉਹ ਤਾਂ ਆਪਾਂ ਬਹੁਤ ਵਾਰੀ ਪੜ੍ਹਿਆ ਵੀ ਐਕਸਪੈਂਸਿਸ ਆਫ ਦਾ ਵਿਟਨੈਸ ਜਿਹੜੇ ਹੈਗੇ ਨੇ ਉਹ ਅਸੀਂ ਪਾ ਸਕਦੇ ਹਾਂ ਰੈਵਨਿਊ ਕੋਡ।
Revenue court may at his discretion award to the witness attending the summons sum on account of his expenses not exceeding the sum to which the witness would have been entitled for a like attendance in the civil court. ਉਹੀ ਗੱਲ ਕਰਤੀ ਜਿਵੇਂ ਸਿਵਲ ਕੋਰਟਾਂ 'ਚ ਹੁੰਦਾ ਉਦਾਂ ਹੀ ਸਾਡੀਆਂ ਕੋਰਟਾਂ 'ਚ ਹੁੰਦਾ the sum so awarded shall be cost in the proceeding. 152 ਸਿਵਲ ਕੋਰਟ ਚ ਪ੍ਰੋਵੀਜ਼ਨ ਹੈਗੀ ਹੈ। ਸਿਵਲ ਕੋਰਟ 'ਚ ਪ੍ਰੋਵੀਜ਼ਨ ਹੈਗੀ, ਸਿਵਲ ਕੋਰਟ ਦੇ ਮੁਤਾਬਕ ਹੀ ਸਾਡੇ ਕੋਲੇ ਅਸੀਂ ਉਹ ਪਾਉਂਦੇ ਹੈਗੇ ਆ ਇਹ ਜਿਹਨੇ ਕੋਸਟਾਂ ਹੁੰਦੀਆਂ ਨੇ ਸਿਵਲ ਕੋਰਟ ਦੇ ਤੋਂ ਅਕੋਰਡਿੰਗ ਪਾਉਂਦੇ CPC ਦਿੱਤੀ ਹੋਈਆਂ ਪ੍ਰੋਵੀਜ਼ਨਸ ਕੋਸਟ ਦੀਆਂ। ਠੀਕ ਹੈ, ਇਹ ਸਾਡੇ ਕੋਲੇ ਸੈਕਸ਼ਨ 152 ਵੀ ਹੈਗਾ ਲੈਂਡ ਰੈਵਨਿਊ ਐਕਟ ਦੇ ਵਿੱਚ ਵੀ ਹੈ ਤੇ ਜਿਹੜੇ ਰੂਲ ਨੇ ਇਹਦੇ ਵਿੱਚ 38 ਹੈ। ਠੀਕ ਹੈ, ਇਹ ਵੀ ਇਹ ਗਵਾਹਾਂ ਲਈ ਲਿਖਿਆ ਹੋਇਆ ਤੇ ਵਕੀਲ ਦੀ ਬਾਰੇ ਕਿੱਥੇ ਪੜ੍ਹਿਆ ਸੀ ਮੈਨੂੰ ਯਾਦ ਨਹੀਂ ਆ ਰਿਹਾ ਹੁਣ, ਉਹਦੇ ਬਾਰੇ ਵੀ ਕਿੰਨਾ ਲਿਖਿਆ। ਸਟੈਂਡਿੰਗ ਆਰਡਰ 3 ਚ ਨਹੀਂ ਹੈਗਾ ਜੀ। ਸਟੈਂਡਿੰਗ ਆਰਡਰ ਨੰਬਰ 3 ਇਹ ਸਾਰਾ ਪ੍ਰੋਸੈਸ ਹੈ ਤੁਹਾਡਾ ਰੈਵਨਿਊ ਆਫੀਸਰ ਦਾ, ਇਹਦੇ ਵਿੱਚ ਵੀ ਹੋ ਸਕਦਾ ਹੈ, ਇਹਦੇ ਵਿੱਚ ਵੀ ਜ਼ਰੂਰ ਹੋਏਗਾ। 78 ਤੇ ਦੇਖੋ ਜੀ, ਸਟੈਂਡਿੰਗ ਆਰਡਰ ਨੰਬਰ 3 ਦਾ 78 ਹਾਂ ਦੇਖੋ ਪੜੋ ਕੀ ਹੈ, ਪੜੋ ਜੀ ਕੀ ਹੈ। ਕਮਿਸ਼ਨਰ ਦਾ ਖਰਚਾ ਲਿਖਿਆ ਜੀ ਇੱਥੇ। ਹੈ ਜੀ ਕਮਿਸ਼ਨਰ ਦਾ ਖਰਚਾ ਨਹੀਂ, ਉਹ ਕਮਿਸ਼ਨਰ ਹੋਰ ਚੀਜ਼ ਹੈ, ਕਮਿਸ਼ਨ ਨਿਯੁਕਤ ਕੀਤਾ ਜਾਂਦਾ ਉਹ ਹੋਰ ਹੈ। 78 3 ਦਾ ਨਹੀਂ ਹੋਣਾ ਜੀ, 78 ਤਾਂ ਹੈ ਹੀ ਨਹੀਂ 23 ਚ। ਸਟੈਂਡਿੰਗ ਆਰਡਰ ਨੰਬਰ 3 ਚ ਹੈ ਜੀ। ਐਕਸਪੈਂਸਿਸ ਆਫ ਦਾ ਕਮਿਸ਼ਨਰ, ਇਹ ਤਾਂ ਜਿਹੜਾ ਕਮਿਸ਼ਨਰ ਨਿਯੁਕਤ ਕੀਤਾ ਜਾਂਦਾ ਕੋਰਟ ਵੱਲੋਂ, ਰੈਵਨਿਊ ਕੋਰਟ ਨੂੰ ਵੱਲੋਂ ਕਮਿਸ਼ਨਰ ਨਿਯੁਕਤ ਕੀਤੇ ਜਾਂਦੇ, ਕਮਿਸ਼ਨਰ ਦਾ ਖਰਚਾ ਹੈਗਾ। ਖਰਚਾ ਤਾਂ ਦੇਖੋ ਪੇ ਕਰਨਾ ਹੀ ਹੁੰਦਾ ਹੈ, ਜੇ ਤੁਸੀਂ ਕਮਿਸ਼ਨਰ ਨਿਯੁਕਤ ਕਰੋ ਕਮਿਸ਼ਨਰ ਨੂੰ ਵੀ ਖਰਚਾ ਪੇ ਕਰਨਾ ਹੋਏਗਾ। ਠੀਕ ਹੈ, ਜੇ ਕੋਈ ਵਕੀਲ ਤੁਸੀਂ ਉਹ 88 ਨਹੀਂ ਗਾ ਜੀ ਮੂਰੇ ਅੱਗੇ, ਇਹ ਵੀ ਡੀਲ ਕਰਦਾ ਹੈ ਐਡਜਸਟਮੈਂਟ ਆਫ ਦਾ ਪੇਮੈਂਟ ਆਫ ਦਾ ਕਾਸਟ, ਪਾਰਟੀਆਂ ਬਣੀਆਂ ਜਾਂਦੀਆਂ ਨੇ। ਸਰ 1909 ਦਾ 38 ਨੰਬਰ ਜੀ, ਗਵਾਹਾਂ ਦਾ ਖਰਚਾ ਆਪਾਂ ਪੜ੍ਹ ਕੇ ਗਏ ਜੀ। ਅਫਸਰ ਆਪਣੇ ਠੀਕ ਹੈ, ਸੰਮਨਾਂ ਦੇ ਠੀਕ ਹੈ, ਇਹ 38 ਹੈਗਾ ਜੀ, ਗਵਾਹਾਂ ਦਾ ਖਰਚਾ ਤਾਂ ਹੈਗਾ। ਠੀਕ ਹੈ, ਦੇ ਸਕਦੇ ਹਾਂ, ਪੜ੍ਹ ਲਿਆ। ਠੀਕ ਹੈ ਜੀ। ਚਲੋ ਇਹ ਤਾਂ ਤੁਹਾਨੂੰ ਬਹੁਤ ਥਾਂ ਤੇ ਹੈਗਾ, ਇਹ ਤਾਂ ਕਲੀਅਰ ਹੈਗਾ ਤੁਹਾਡਾ। ਇਹ 38 ਵੀ ਲਿਖਿਆ ਹੈ ਜੀ। ਠੀਕ ਹੈ, ਤੇ ਪੈਰਾ 152 ਵੀ ਹੈਗਾ ਲੈਂਡ ਰੈਵਨਿਊ ਐਕਟ ਦੇ ਵਿੱਚ ਕੋਸਟ ਬਾਰੇ, 38 ਹੈਗਾ ਰੂਲ ਦੇ ਬਾਰੇ, ਜਿੱਥੋਂ ਮਰਜ਼ੀ ਲਿਖ ਦਿਓ। ਸਟੈਂਡਿੰਗ ਦੇ ਜਿਹੜਾ ਤੁਹਾਡਾ ਸੈਕਸ਼ਨ 3 ਸਟੈਂਡਿੰਗ ਆਰਡਰ ਨੰਬਰ 3 ਹੈ, ਜੇ ਤੁਹਾਨੂੰ ਕਿਤੇ ਵੀ ਨਾ ਲੱਭੇ ਤਾਂ ਸਟੈਂਡਿੰਗ ਆਰਡਰ 3 ਜ਼ਰੂਰ ਮਿਲ ਜਾਂਦਾ, ਹਰ ਚੀਜ਼ ਮਿਲ ਜਾਂਦੀ। ਇਹਦੇ ਵਿੱਚ ਸਾਰਾ ਪੂਰਾ ਕੋਰਟਾਂ ਦਾ ਵੇਰਵਾ ਦਿੱਤਾ ਹੈ, ਪ੍ਰੋਸੈਸ ਕੀ ਹੈ, ਕਿਵੇਂ ਪ੍ਰੋਸੈਸ ਅਡਾਪਟ ਕਰਨਾ, ਜਿਵੇਂ ਸਿਵਲ ਕੋਰਟਾਂ ਪ੍ਰੋਸੈਸ ਅਡਾਪਟ ਕਰਦੀਆਂ ਨੇ, ਸਾਰਾ ਪ੍ਰੋਸੈਸ ਸਟੈਂਡਿੰਗ ਆਰਡਰ ਨੰਬਰ 3 'ਚ ਲਿਖਿਆ ਰੈਵਨਿਊ ਕੋਰਟਾਂ ਨੇ ਕਿਵੇਂ ਕਾਰਵਾਈ ਕਰਨੀ ਹੈ। ਅਗਲਾ ਕੁਐਸਚਨ ਹੈਗਾ ਜੀ, ਹੇਠ ਲਿਖਿਆਂ ਦੇ ਸੰਬੰਧ ਵਿੱਚ ਇੰਤਕਾਲ ਦਾ ਅਮਲ ਕਿਸ ਤਰ੍ਹਾਂ ਹੋਵੇਗਾ। ਚੱਕਬੰਦੀ, ਇੰਤਕਾਲ ਦਾ ਅਮਲ, ਅਦਾਲਤੀ ਹੁਕਮ, ਹੇਠ ਲਿਖਿਆਂ ਦੇ ਸੰਬੰਧ ਵਿੱਚ ਇੰਤਕਾਲ ਦਾ ਅਮਲ ਕਿਸ ਤਰ੍ਹਾਂ ਹੋਵੇਗਾ। ਕੀ ਕੁਐਸਚਨ ਦਾ ਮਤਲਬ ਹੋਇਆ ਤਾਂ ਇੰਤਕਾਲ ਦਾ ਅਮਲ ਕਿਸ ਤਰ੍ਹਾਂ ਹੋਵੇਗਾ, ਚੱਕਬੰਦੀ ਦੇ ਦੌਰਾਨ ਜਾਂ ਅਦਾਲਤੀ ਹੁਕਮ। 7-21 7-12 ਦੇਖੋ ਜੀ। ਆਰਡਰ ਆਫ ਦਾ ਕੋਰਟ। ਠੀਕ ਹੈ ਜੀ, ਜਦੋਂ ਕੋਰਟ ਦਾ ਆਰਡਰ ਹੁੰਦਾ ਹੈ ਤਾਂ ਉਹਨੂੰ ਅਮਲ ਆਪਾਂ ਇਦਾਂ ਕਰਦੇ ਹਾਂ, ਇੰਤਕਾਲ ਕਿਵੇਂ ਦਰਜ ਕਰਦੇ ਹਾਂ। 7-12 'ਚ ਆ ਜਾਂਦਾ ਹੈ, in entering the order of the court the pਟਵਾਰੀ should note in red ink in column 15 of the file and counterfile the following particulars. साथ ही की है जी ਚੱਕਬੰਦੀ ਬਾਰੇ, mutation in connection with the consolidation of the holding।
721 ਦਾ ਇਸ਼ਤਰਾਕ ਦਾ ਇੰਤਕਾਲ ਦਰਜ ਕਰਦੇ ਹਾਂ ਜੀ ਅਸੀਂ, ਇਸ਼ਤਰਾਕ ਦਾ ਕਰਦੇ ਹਾਂ, ਫਿਰ ਤਕਸੀਮ ਦਾ ਕਰਦੇ ਹਾਂ ਜਦੋਂ ਚੱਕਬੰਦੀ ਕਰਦੇ ਹਾਂ। ਇਹ 721 ਦਾ ਹੈਗਾ ਜੀ, ਪਹਿਲਾਂ ਲੈਂਡ ਕੋਡ ਮੈਨੂਅਲ ਦਾ ਨੋਟ ਕਰ ਲਓ ਜੀ। ਲੈਂਡ ਕੋਡ ਮੈਨੂਅਲ ਪਹਿਲਾਂ 721 ਚੱਕਬੰਦੀ ਦਾ, ਤੇ ਅਦਾਲਤੀ ਹੁਕਮ ਦੇ ਬਾਰੇ 712 ਜੀ ਹੈ। ਜੀ ਨਾਮ ਬੋਲੇ ਸਰ, ਉਰਦੂ ਦਾ ਕਿਹੜਾ ਹੈ ਨਾਮ ਜੀ? ਹੈ ਜੀ, ਉਹਦਾ ਨਾਮ ਕੀ ਬੋਲਿਆ ਸੀ ਸਰ? ਲੈਂਡ ਕੋਡ ਮੈਨੂਅਲ 721 ਇਸ਼ਤਖਰਾਜ ਇੰਤਕਾਲ ਇਸ਼ਤਖਰਾਜ ਦਰਜ ਕਰਕੇ ਆਪਾਂ ਸਾਰੀ ਲੈਂਡ ਪਿੰਡ ਦੀ ਇਕੱਠੀ ਕਰ ਦਿੰਦੇ ਹੁੰਦੇ ਆ। ਸ਼ੇਅਰਿੰਗ ਕਾਇਮ ਕਰ ਦਿੰਦੇ ਆ। ਹਰ ਇੱਕ ਵਿਅਕਤੀ, ਹਰ ਇੱਕ ਮਾਲਕ ਦਾ ਜਿਹੜਾ ਹਿੱਸਾ ਹੈ ਉਹਨਾਂ ਨੂੰ ਕਾਇਮ ਕਰ ਦਿੰਦੇ ਆ। ਸਾਰੀ ਜ਼ਮੀਨ ਨੂੰ ਸਾਂਝੀ ਕਰ ਦਿੰਦੇ ਆ ਪਿੰਡ ਦੀ ਨੂੰ, ਜਦੋਂ ਚੱਕਬੰਦੀ ਕੀਤੀ ਜਾਂਦੀ ਹੈ ਉਸ ਤੋਂ ਪਹਿਲਾਂ। ਫਿਰ ਚੱਕਬੰਦੀ ਹੋਣ ਤੋਂ ਬਾਅਦ ਫਿਰ ਇੰਤਕਾਲ ਤਕਸੀਮ ਦਰਜ ਹੋ ਜਾਂਦਾ ਹੈ। ਤਕਸੀਮ ਕਰਕੇ ਫਿਰ ਉਹਨੂੰ ਸਰ ਨੋਟੇਸ਼ਨ ਨੰਬਰ 1 ਦਿੱਤਾ ਜਾਂਦਾ ਇਹਨੂੰ ਜਾਂ ਫਿਰ ਨੰਬਰ? ਬੰਦੋਬਸਤ ਵੇਲੇ ਤਾਂ ਨੋਟੇਸ਼ਨ ਨੰਬਰ 1 ਤੋਂ ਸ਼ੁਰੂ ਹੁੰਦਾ ਹੈ ਜੀ, ਪਰ ਚੱਕਬੰਦੀ ਵੇਲੇ 1 ਤਾਂ ਨਹੀਂ ਸ਼ੁਰੂ ਹੁੰਦਾ। ਚੱਕਬੰਦੀ ਦਾ ਰੈਗੂਲਰ ਨੰਬਰ ਚੱਲਦੇ ਨੇ, ਮੇਰੇ ਖਿਆਲ ਤਾਂ ਚੱਕਬੰਦੀ ਵੇਲੇ ਨੰਬਰ ਰੈਗੂਲਰ ਨੰਬਰ ਚੱਲਦੇ ਹੈ। ਬੰਦੋਬਸਤ 1 ਨੰਬਰ ਤੋਂ ਸਟਾਰਟ ਹੁੰਦਾ ਹੈ ਜੀ। ਚੱਕਬੰਦੀ ਤੁਸੀਂ ਦੇਖੀ ਹੋ, ਤੁਸੀਂ ਚੱਕਬੰਦੀ ਦੇ ਬਸਤੇ ਦੇਖੋਗੇ, ਉੱਥੇ ਇੰਤਕਾਲ ਦੇਖੋ ਕਿਵੇਂ ਦਰਜ ਕੀਤਾ। 1 ਨੰਬਰ ਦਿੱਤਾ ਜਾਂਦਾ ਨਹੀਂ ਸਰ ਕੰਟੀਨਿਊ ਚੱਲਦਾ ਜੀ। ਨੈਗੇਟਿਵ ਚੱਲਦਾ ਜੀ, ਨਵਾਂ ਨੰਬਰ ਨਹੀਂ ਦਿੰਦਾ ਜੀ। ਹੈ ਜੀ, ਬੰਦੋਬਸਤ ਵੇਲੇ ਨਵਾਂ ਚੱਲਦਾ, ਬੰਦੋਬਸਤ ਵੇਲੇ ਨੰਬਰ ਨਵਾਂ ਸ਼ੁਰੂ ਹੁੰਦਾ ਹੈ, ਚੱਕਬੰਦੀ ਵੇਲੇ ਨਹੀਂ। ਚੱਕਬੰਦੀ ਦਾ ਉਹੀ ਜਿਹੜੀ ਚੱਲਦੀ। ਹਾਂ ਠੀਕ ਹੈ ਜੀ। ਚੱਕਬੰਦੀ ਦੇ ਰਿਕਾਰਡ ਦੇ ਵਿੱਚ ਵਾਜਬ ਲੈਂਡ ਰਿਕਾਰਡ ਹੈ ਜੀ, ਚੱਕਬੰਦੀ ਦੇ ਰਿਕਾਰਡ ਦੇ ਵਿੱਚ ਬਸਤਿਆਂ 'ਚ ਵਾਜਬ ਅਰਜ਼ ਵੀ ਹੁੰਦਾ ਸਰ? ਚੱਕਬੰਦੀ ਦੇ ਰਿਕਾਰਡ ਦੇ ਵਿੱਚ ਵਾਜਬ ਅਰਜ਼ ਚੱਕਬੰਦੀ ਦੇ ਰਿਕਾਰਡ ਦੇ ਵਿੱਚ ਹੁੰਦੀ ਹੈ। ਵੈਸੇ ਤਾਂ ਇਹ ਮੇਨ ਪਾਰਟ ਹੁੰਦਾ ਹੈ ਸਾਡਾ, ਇਹ ਬੰਦੋਬਸਤ ਦਾ ਪਾਰਟ ਹੁੰਦਾ ਹੈ। ਬੰਦੋਬਸਤ ਵੀ ਦੇ ਵੇਲੇ ਹੁੰਦੀ ਹੈ, ਪਰ ਚੱਕਬੰਦੀ ਵੇਲੇ ਆਪਾਂ ਜਿਵੇਂ ਚੱਕਬੰਦੀ ਵੇਲੇ ਵੀ ਮੇਨ ਤਾਂ ਪਾਰਟ ਇਹ ਸਾਡਾ ਵਾਜਬ ਅਰਜ਼ ਜਿਹੜਾ ਪਾਰਟ ਹੈ ਸਾਡਾ ਬੰਦੋਬਸਤ ਦਾ ਪਾਰਟ ਹੈ। ਬੰਦੋਬਸਤ ਦਾ ਪਾਰਟ ਹੈ। ਵਾਜਬ ਅਰਜ਼ ਕਿਤੇ ਲੱਭਦੀ ਨਹੀਂ, ਦੱਸਿਓ ਭਲਾ ਕਿੱਥੇ ਆਇਆ ਕਿੱਥੇ ਆਈ ਹੈ। ਆਪਾਂ ਪੜ੍ਹੀ ਸੀਗੀ ਵਾਜਬ ਅਰਜ਼ ਚੱਕਬੰਦੀ ਵੇਲੇ ਸੈਟਲਮੈਂਟ ਮੈਨੂਅਲ ਚ, ਸੈਟਲਮੈਂਟ ਮੈਨੂਅਲ ਚ ਪੜ੍ਹ ਲਿਓ। ਸੈਟਲਮੈਂਟ ਮੈਨੂਅਲ ਚ ਜਿਹੜੇ ਹੁੰਦਾ ਵਾਜਬ ਅਰਜ਼ ਮਿਸਲ ਕੀ ਦੇ ਪਿਛਲੇ ਪਾਸੇ ਲੱਗਾ ਨਹੀਂ ਸਰ, ਉਹਦੇ ਪਤਾ, ਪਰ ਜੇ ਹੁਣ ਕੁਐਸਚਨ ਆ ਜੇ ਵਾਜਬ ਅਰਜ਼ ਤੇ ਕਿਹੜਾ ਪਹਿਰਾ ਕਿਹੜਾ ਲਿਖਾਂਗੇ, ਸੈਕਸ਼ਨ ਕਿਹੜਾ ਲਿਖਾਂਗੇ? ਸੈਟਲਮੈਂਟ ਮੈਨੂਅਲ ਚ ਡਿਟੇਲ ਹੈਗੀ ਹੈ ਇਹਦੇ ਬਾਰੇ, ਵਾਜਬ ਅਰਜ਼ ਬਾਰੇ। ਇੰਡੈਕਸ 7 ਹੈ ਸਰ। ਪਿੰਡ ਦੇ ਰੀਤੀ ਰਿਵਾਜ, ਪਿੰਡ ਦਾ ਸੰਵਿਧਾਨ ਵੀ ਇਹਨੂੰ ਕਹਿ ਦਿੰਦੇ ਅਸੀਂ, ਪਿੰਡ ਦਾ ਰੀਤੀ ਰਿਵਾਜ, ਪਿੰਡ ਦਾ ਸੰਵਿਧਾਨ, ਕੰਸਟੀਟਿਊਸ਼ਨ ਆਫ ਦਾ ਵਿਲੇਜ। ਕਿਹੜੀ ਕਿਤਾਬ ਚ? ਅੰਤਕਾ 7 ਸੈਟਲਮੈਂਟ ਮੈਨੂਅਲ ਦੀ ਅੰਤਕਾ 7। ਇਹ ਸਰ ਆਏ ਪੁੱਛਦੇ ਵੀ ਜੇ ਐਸ ਪੇਪਰ ਜਾ ਜੀ ਤਾਂ ਕਿੱਥੋਂ ਲਿਖਾਂਗੇ? ਇਹ ਚ ਕਿਵੇਂ ਆਏਗਾ ਤੁਹਾਨੂੰ ਜਦੋਂ ਇਹ ਚ ਹੈ ਹੀ ਨਹੀਂ ਗਿਆ? ਆਇਆ ਹੈ ਸਰ ਪਿਛਲੇ ਪੇਪਰ ਵਿੱਚ। ਫਿਰ ਲਿਖ ਦੋ, ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ? ਜਿੱਥੇ ਤੁਹਾਨੂੰ ਮਿਲਦਾ ਉੱਥੇ ਲਿਖ ਦੋ ਸੈਟਲਮੈਂਟ ਮੈਨੂਅਲ ਦਾ ਵੇਰਵਾ ਦੇ ਦੋ, ਤਾਂ ਕੀ ਹੈ? ਸਰ ਆਇਆ ਨਾ 19 ਵਿੱਚ ਕੁਐਸਚਨ ਆਇਆ ਜੀ, ਇਹ ਲੱਭਦਾ ਨਹੀਂ ਕਿਤੇ। ਉਹ ਜੀ ਨਹੀਂ ਲੱਭਦਾ, ਜੇ ਸਿਲੇਬਸ ਨਹੀਂ ਹੈਗਾ ਨਾ ਤਾਂ ਹੀ ਨਹੀਂ ਲੱਭਦਾ। ਪਰ ਤੁਸੀਂ ਲਿਖ ਦੋ, ਤੁਹਾਡੇ ਕੋਲ ਸੈਟਲਮੈਂਟ ਮੈਨੂਅਲ ਦੀ ਅੰਤਕਾ 7 ਦਾ ਹਵਾਲਾ ਦੇ ਦਿਓ। ਜੇ ਹੁਣ ਐਗਜ਼ਾਮੀਨਰ ਨੇ ਨਹੀਂ ਦੇਖਿਆ ਤਾਂ ਆਪਾਂ ਤਾਂ ਦੇਖਦੇ ਹਾਂ, ਆਪਾਂ ਲਿਖ ਸਕਦੇ ਹਾਂ। ਸਰ ਸੈਕਸ਼ਨ 31 ਚ ਹੈਗਾ ਜੀ, ਥੋੜਾ ਜਿਹਾ ਹਵਾਲਾ ਹੈਗਾ। ਬਸ ਠੀਕ ਹੈ, ਫਿਰ 31 ਦਾ ਹੋਏਗਾ ਦੇ ਦੋ ਨਾਲ। 31 ਤਾਂ ਅਸੈਸਮੈਂਟ ਦਾ ਨਹੀਂ ਹੁੰਦਾ। ਰਿਕਾर्ड ऑफ राइट्स ठीक है। स्टेटमेंट ऑफ कस्टम्स रिस्पेक्टिंग राइट्स एंड लायबिलिटीज ऑफ द स्टेट, ठीक है, लिख सकते हो। बी पार्ट 31 ਦਾ बी, 31 ਦੇ 2 ਦਾ बी ਇੱਥੋਂ ਲਿਖ ਸਕਦੇ ਹੋ ਜੀ। ਹਾਂ, ਇਹ ਵੀ ਲਿਖ ਸਕਦੇ ਹੋ। ਸੈਕਸ਼ਨ 31 ਦੇ 2, 31 ਦੇ ਸੈਕਸ਼ਨ 31 ਸਬਸੈਕਸ਼ਨ 2 ਦਾ ਪਾਰਟ B, ਸਟੇਟਮੈਂਟ ਆਫ ਕਸਟਮਸ ਰਿਸਪੈਕਟਿੰਗ ਰਾਈਟਸ ਐਂਡ ਲਾਇਬਿਲਿਟੀਜ਼ ਇਨ ਦਾ ਸਟੇਟ, ਇਹ ਹੈਗਾ। ਠੀਕ ਹੈ, ਇੱਥੋਂ ਦਾ ਵਾਜਬ ਅਰਜ਼ੀ ਕਹਾਂਗੇ ਇਸਨੂੰ ਅਸੀਂ। ਠੀਕ ਹੈ ਸਰ। ठीक है जी, मैं थोड़ा जल्दी अज क्लास खत्म कर लगे इतने क्लासेस। मैं जाना है थोड़ा बाहर, मैं फिर भी जल्दी क्लास ले ली अज। ओके जी, क्लास इज ओवर। थैंक यू वेरी मच। थैंक यू सर। थैंक यू। मैं चंडीगढ़ जाना, ये पा देना तुम सारा सारी रिकॉर्डिंग वगैरह, ठीक है बेटा।